ਜਾਂ ਕਿ ਸਰਕਟ ਦੀ ਪਾਵਰ ਪੁੱਛੀ ਹੋਵੇ ਕਿੰਨੀ ਹੈਗੀ, ਇਹ ਸਾਰਾ ਕੱਢਣ ਦੀ ਆਪਾਂ ਜਿਹੜੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ, ਕਿੱਦਾਂ ਕੱਢਣਾ ਹੈਗਾ। ਇਹਨਾਂ ਸਾਰਿਆਂ ਵਾਸਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਟੋਟਲ ਰੈਜ਼ਿਸਟੈਂਸ ਕੈਲਕੂਲੇਟ ਕਿੱਦਾਂ ਹੁੰਦੀ ਹੈ, ਕਿਸੇ ਵੀ ਆਊਟ ਸਰਕਟ ਹੋ ਗਿਆ ਦੀ ਸਰ ਸਾਰਾ ਕੁਝ। ਟੋਟਲ ਰੈਜ਼ਿਸਟੈਂਸ ਕਿੱਦਾਂ ਕੈਲਕੂਲੇਟ ਹੁੰਦੀ ਹੈਗੀ। ਉਹਦੇ ਵਾਸਤੇ ਆਪਾਂ ਦੋ ਚੀਜ਼ਾਂ ਸਿੱਖੀਆਂ ਸੀਗੀਆਂ ਕਿ ਕੋਈ ਵੀ ਜਿਹੜਾ ਰੈਜ਼ਿਸਟੈਂਸ ਹੈਗਾ ਜਾਂ ਤਾਂ ਉਹ ਸੀਰੀਜ਼ ਦੇ ਵਿੱਚ ਹੁੰਦਾ ਹੈਗਾ ਜਾਂ ਉਹ ਪੈਰਲਲ ਦੇ ਵਿੱਚ ਹੁੰਦਾ ਹੈਗਾ। ਇਹ ਦੋ ਗੱਲਾਂ ਸਿੱਖੀਆਂ ਸੀਗੀਆਂ। ਫਿਲਹਾਲ ਛੋਟੀ ਜੀ ਗੱਲ ਆਪਾਂ ਸੀਰੀਜ਼ ਸਰਕਟ ਬਾਰੇ ਕਰਦੇ ਆਂਗੇ ਵੀ ਸੀਰੀਜ਼ ਸਰਕਟ ਦੇ ਵਿੱਚ ਕੀ ਹੁੰਦਾ ਹੈਗਾ। ਹਾਂਜੀ, ਕੋਈ ਦਿੱਕਤ ਹੈਗੀ ਇਹ ਵਿੱਚ, ਬੋਲੋ। ਕੋਈ ਨया ਤਾਂ ਨਹੀਂ ਆਇਆ ਬੱਚਾ? ਠੀਕ ਹੈ। ਸੀਰੀਜ਼ ਬਾਰੇ ਆਪਾਂ ਛੋਟਾ ਜਿਹਾ ਪਹਿਲਾਂ ਦੇਖਦੇ ਆਂਗੇ ਵੀ ਸੀਰੀਜ਼ ਬਾਰੇ ਆਪਾਂ ਕੀ ਸਿੱਖਿਆ ਸੀਗਾ। ਗੋਲਡੀ ਜੀ ਪਲੀਜ਼ ਤੁਸੀਂ ਆਪਣੀ ਨਾ ਜਿਹੜੀ ਵੀਡੀਓ ਆ ਉਹਨਾਂ ਨੂੰ ਪੌਜ਼ ਕਰ ਦਿਓ, ਬੰਦ ਕਰ ਦਿਓ ਉਹਨੂੰ। ਕੌਣ? ਆਪਣੇ ਰਾਜੇ ਜਿਹੜੇ ਵੀਡੀਓਜ਼ ਕੈਮਰਾ ਨੇ ਉਹ ਵੀ ਆਫ ਕਰ ਲਓ। ਮੇਰੀ ਤਾਂ ਵੀਡੀਓ ਆਈ ਥਿੰਕ ਆਫ ਹੀ ਹੈਗੀ। ਹੈਲੋ, ਹਾਂਜੀ ਕਰੀਏ ਸਟਾਰਟ। ਖੜੀ ਜਾਂਦੀ ਸਕਰੀਨ ਜੀ, ਹੁਣ ਦੁਬਾਰੇ ਲੌਗਇਨ ਕੀਤਾ ਮੈਂ ਜੀ। ਕੋਈ ਗੱਲ ਨਹੀਂ, ਕਰੀਏ ਹਾਂਜੀ ਸਟਾਰਟ। ਹਾਂਜੀ ਸਰ। ਦੇਖੋ ਆਪਾਂ ਹਜੇ ਸਭ ਤੋਂ ਪਹਿਲਾਂ ਆਪਾਂ ਸੀਰੀਜ਼ ਬਾਰੇ ਥੋੜਾ ਜਿਹਾ ਪੜਿਆ ਸੀਗਾ ਕਿ ਮੰਨ ਲਓ ਜੀ ਕੋਈ ਵੀ ਦੋ ਰੈਜ਼ਿਸਟੈਂਸ, ਮੰਨ ਲਓ ਇੱਕ ਆਹ ਰੈਜ਼ਿਸਟੈਂਸ ਆ ਤੇ ਇੱਕ ਆਹ ਰੈਜ਼ਿਸਟੈਂਸ ਆ। ਕਿਸੇ ਵੀ ਰੈਜ਼ਿਸਟੈਂਸ ਦੇ ਦੋ ਸਿਰੇ ਹੁੰਦੇ ਨੇਗੇ। ਜਿੱਥੇ ਕਿਸੇ ਇੱਕ ਰੈਜ਼ਿਸਟੈਂਸ ਦਾ ਇੱਕ ਸਿਰਾ ਖਤਮ ਹੋ ਰਿਹਾ, ਜੇ ਉੱਥੇ ਇੱਕ ਨਵਾਂ ਸਿਰਾ ਜੁੜ ਜਾਵੇ ਤਾਂ ਇਹ ਦੋਨੇ ਜਿਹੜੇ ਰੈਜ਼ਿਸਟੈਂਸ ਜਿਹੜੇ R1 ਤੇ R2 ਹੈਗੇ, ਇਹਨਾਂ ਨੂੰ ਆਪਾਂ ਕਹਾਂਗੇ ਇਹ ਕਾਹਦੇ ਵਿੱਚ ਨੇਗੇ? ਸੀਰੀਜ਼ ਦੇ ਵਿੱਚ ਨੇਗੇ। ਤੇ ਸੀਰੀਜ਼ ਦੇ ਵਿੱਚ ਜੇ ਆਪਾਂ ਦੋਨਾਂ ਨੂੰ ਕੰਬਾਈਨ ਕਰਨਾ ਹੋਵੇ, ਇਹ ਦੋ ਰੈਜ਼ਿਸਟੈਂਸਾਂ ਤੋਂ ਸਿਰਫ ਇੱਕ ਰੈਜ਼ਿਸਟੈਂਸ ਬਣਾਉਣੀ ਹੋਵੇ ਆਪਾਂ, ਜਿਹੜੀ ਟੋਟਲ ਰੈਜ਼ਿਸਟੈਂਸ ਬਣੂਗੀ ਉਹ ਕਿੱਦਾਂ ਆਉਂਦੀ ਹੁੰਦੀ ਹੈਗੀ? ਉਹ ਦੋਨਾਂ ਨੂੰ ਜੋੜ ਕਰਕੇ ਆਉਂਦੀ ਹੁੰਦੀ ਹੈ। R1 ਪਲੱਸ R2 ਦਾ ਜੋੜ ਕਰਕੇ ਆਉਂਦੀ ਹੁੰਦੀ ਹੈਗੀ। ਠੀਕ ਹੈ ਜੀ। ਇਸ ਤੋਂ ਬਾਅਦ ਦੇਖੋ ਇਸ ਵਾਰ ਦੇਖੋ ਬੱਚੇ, ਇੱਕ ਆਪਾਂ ਚੀਜ਼ ਸੀਰੀਜ਼ ਬਾਰੇ ਜਿਹੜੀ ਪੜ੍ਹੀ ਸੀ ਉਹ ਇਹ ਪੜ੍ਹੀ ਸੀਗੀ ਕਿ ਮੰਨ ਲਓ ਸਾਡੇ ਕੋਲ ਕੋਈ ਇੱਕ ਸੀਰੀਜ਼ ਸਰਕਟ ਆ। ਮੈਂ ਇੱਕ ਛੋਟੀ ਐਗਜ਼ਾਮਪਲ ਸੀਰੀਜ਼ ਤੋਂ ਸਟਾਰਟ ਕਰਕੇ ਫਿਰ ਪੈਰਲਲ ਵੱਲ ਵੱਧਦੇ ਆਪਾਂ। ਉਹ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਜੀ, ਮੰਨ ਲਓ ਸਪੋਜ਼ ਕਰੋ ਸਾਡੇ ਕੋਲ ਇੱਥੇ 2 ਓਮ ਦੀ ਇੱਕ ਰੈਜ਼ਿਸਟੈਂਸ ਆ, ਇੱਕ ਰੈਜ਼ਿਸਟੈਂਸ ਹੈਗੀ ਹੈ 3 ਓਮ ਦੀ। ਸਾਡੇ ਕੋਲ ਇੱਥੇ ਜਿਹੜੀ ਟੋਟਲ ਵੋਲਟੇਜ ਹੈਗੀ ਹੈ 10 ਵੋਲਟ। ਤੇ ਸਾਨੂੰ ਪੁੱਛਿਆ ਗਿਆ ਹੋਵੇ ਵੀ ਕਿ ਇੱਥੇ ਆਪਾਂ ਕਰੰਟ ਕੱਢਣਾਗਾ, ਆਈ ਕਰੰਟ ਕੱਢਣਾ, ਵੀ ਆਈ ਕਿੰਨਾ ਹੋਏਗਾ। ਤਾਂ ਜਿਹੜਾ ਆਈ ਕਰੰਟ ਹੁੰਦਾ ਆਪਾਂ ਨੂੰ ਪਤਾ ਵੋਲਟੇਜ ਅਪੋਨ ਟੋਟਲ ਰੈਜ਼ਿਸਟੈਂਸ ਹੁੰਦੀ ਹੈਗੀ। ਤਾਂ ਵੋਲਟੇਜ ਆਪਾਂ ਨੂੰ ਪਤਾ ਹੈਗਾ ਵੀ 10 ਹੈਗੀ। ਰੈਜ਼ਿਸਟੈਂਸ ਜਿਹੜੀ ਹੈਗੀ ਆਪਣੀ ਉਹ ਇਹਨਾਂ ਦੋਨਾਂ ਨੂੰ ਜੋੜ ਕੇ ਬਣੇਗੀ, 2 ਨੂੰ, ਇੱਕ 2 ਨੂੰ ਤੇ ਇੱਕ 3 ਨੂੰ। ਤਾਂ ਇੱਥੇ ਆਪਾਂ ਟੋਟਲ ਰੈਜ਼ਿਸਟੈਂਸ ਜਿਹੜੀ ਕੱਢਣੀ ਹੈਗੀ, ਆਪਾਂ R1 ਪਲੱਸ R2 ਦਾ ਜੋੜ ਕਰਾਂਗੇ, ਜਿਹੜਾ ਕੀ ਆ ਗਿਆ 2 + 3 = 5। ਤਾਂ ਸਾਡੇ ਕੋਲ ਟੋਟਲ ਜਿਹੜੀ ਰੈਜ਼ਿਸਟੈਂਸ ਆ ਗਈ ਉਹ 5 ਆ ਗਈ। ਜੇ ਇੱਥੇ ਆਪਾਂ ਵੈਲਿਊਜ਼ ਭਰੀਏ 10 ਡਿਵਾਈਡ ਬਾਏ 5 = ਸਾਡੇ ਕੋਲ ਜਿਹੜਾ ਕਰੰਟ ਆਇਆ ਉਹ ਆਏਗਾ 2 ਐਂਪੀਅਰ। ਤਾਂ ਜੇ ਆਪਾਂ ਕਰੰਟ ਨੂੰ ਟਰੇਸ ਕਰਨਾ ਹੋਵੇ, ਇੱਥੇ ਜਿਹੜਾ ਕਰੰਟ ਹੈਗਾ ਉਹ ਹੈਗਾ 2 ਐਂਪੀਅਰ। ਜਿਹੜਾ ਕਰੰਟ ਹੈਗਾ ਹਮੇਸ਼ਾ ਕਿਸੇ ਵੀ ਵੋਲਟੇਜ ਸੋਰਸ ਦੇ ਪੋਜ਼ਿਟਿਵ ਦੇ ਵਿੱਚ ਨਿਕਲਦਾ ਹੁੰਦਾ, ਨੈਗੇਟਿਵ ਚ ਐਂਟਰ ਕਰਦਾ। ਇਹ ਕਰੰਟ ਇੱਥੋਂ ਇਦਾਂ ਨਿਕਲਿਆ, ਦੇਖੋ ਕਿੱਦਾਂ ਜਾ ਰਿਹਾ, ਇਹ ਇਦਾਂ ਨਿਕਲਿਆ, ਇਹ ਇਹਦੇ ਵਿੱਚ ਦੀ ਰੈਜ਼ਿਸਟੈਂਸ ਦੇ ਵਿੱਚ ਦੀ ਹੁੰਦਾ ਹੋਇਆ, ਇਦਾਂ ਹੁੰਦਾ ਹੋਇਆ ਇਹ ਵਾਪਸ ਆਪਣੇ ਨੈਗੇਟਿਵ ਚਲਾ ਗਿਆ। ਯਾਦ ਰੱਖਣ ਵਾਲੀ ਗੱਲ ਇਹ ਕਿ ਜਿੰਨਾ ਕਰੰਟ ਇੱਥੋਂ ਚੱਲਿਆ ਸੀਗਾ ਆਪਣਾ ਇਸ ਪੋਜ਼ਿਟਿਵ ਦੇ ਵਿੱਚੋਂ, ਉਨਾ ਹੀ ਸਾਡਾ ਇਹਦੇ ਵਿੱਚ ਐਂਟਰ ਕੀਤਾ। ਮੀਨਸ 2 ਐਂਪੀਅਰ ਹੀ ਇੱਥੋਂ ਨਿਕਲਿਆ ਸੀਗਾ ਤੇ 2 ਐਂਪੀਅਰ ਹੀ ਇੱਥੇ ਐਂਟਰ ਕਰੇਗਾ। ਓਕੇ ਜੀ। ਸਾਡਾ ਪੂਰਾ ਸਰਕਟ ਦੇ ਵਿੱਚ ਜਿਹੜਾ ਕਰੰਟ ਹੈਗਾ ਉਹ ਇੱਥੇ ਹੈਗਾ 2 ਐਂਪੀਅਰ। ਸੀਰੀਜ਼ ਵਾਸਤੇ ਅਸੀਂ ਜਿਹੜਾ ਨੋਟ ਹੈਗਾ ਸਾਡਾ, ਉਹ ਨੋਟ ਕੀ ਹੈਗਾ ਕਿ ਇਹਦੇ ਵਿੱਚ ਜਿਹੜੀ ਟੋਟਲ ਜਿਹੜਾ ਕਰੰਟ ਹੁੰਦਾ ਹੈਗਾ ਕਿਸੇ ਵੀ ਸਰਕਟ ਦੇ ਵਿੱਚ, ਕਰੰਟ ਜਿਹੜਾ ਹੈਗਾ ਉਹ ਸੇਮ ਰਹਿੰਦਾ ਪੂਰੇ ਸਰਕਟ ਦੇ ਵਿੱਚ। ਪਹਿਲੀ ਗੱਲ। ਦੂਜੀ ਗੱਲ, ਕਿਸੇ ਵੀ ਰੈਜ਼ਿਸਟੈਂਸ ਦੇ ਕ੍ਰਾਸ, ਜਿਹੜਾ ਰੈਜ਼ਿਸਟੈਂਸ ਆ ਇਹਦੇ ਕ੍ਰਾਸ ਇਸ ਵੋਲਟੇਜ ਦਾ ਕੁਝ ਹਿੱਸਾ ਜਿਹੜਾ ਇੱਥੇ ਡ੍ਰੌਪ ਹੋਏਗਾ, ਉਹ ਜਿਹੜਾ ਵੋਲਟੇਜ ਡ੍ਰੌਪ ਜੇ ਆਪਾਂ ਕੱਢਣਾ ਹੋਵੇ, ਉਹ ਵੋਲਟੇਜ ਡ੍ਰੌਪ ਦਾ ਫਾਰਮੂਲਾ ਹੁੰਦਾ V = I × R। ਇਹ ਯਾਦ ਕਰਨਾ ਆਪਾਂ ਵੀ ਵੋਲਟੇਜ ਡ੍ਰੌਪ ਜਿਹੜਾ ਹੁੰਦਾ I × R ਹੁੰਦਾ। ਤਾਂ ਜੇ ਆਪਾਂ ਇੱਥੇ ਇਸ ਦੇ 2 ਓਮ ਦੇ ਰੈਜ਼ਿਸਟੈਂਸ ਦੇ ਕ੍ਰਾਸ ਜੇ ਆਪਾਂ ਇੱਥੇ ਵੋਲਟੇਜ ਡ੍ਰੌਪ ਕੱਢਣਾ ਹੈਗਾ ਤਾਂ ਹੋਏਗਾ ਕਰੰਟ ਤੇ ਰੈਜ਼ਿਸਟੈਂਸ। ਇੱਥੇ ਕਰੰਟ ਕਿੰਨਾ ਜਾ ਰਿਹਾ ਹੈਗਾ 2,
ਇਹਦੀ ਰੈਜ਼ਿਸਟੈਂਸ ਕਿੰਨੀ ਹੈ 2, ਤੇ ਹੈਗੀ ਆ 4 ਵੋਲਟ। ਜੇ ਆਪਾਂ ਇੱਥੇ ਵੋਲਟੇਜ ਡ੍ਰੌਪ ਕੱਢਣਾਗਾ ਤੇ ਇੱਥੇ ਜਿਹੜੀ ਰੈਜ਼ਿਸਟੈਂਸ ਹੈਗੀ ਉਹ ਜਿਹੜਾ ਕਰੰਟ ਹੈ ਸੌਰੀ ਇਹ 2 ਘੁੰਮ ਕੇ ਇਹਦੇ ਵਿੱਚ ਦੀ ਹੁੰਦਾ, ਇੱਥੇ 2 ਐਂਪੀਅਰ ਆਇਆ, 2 ਨੂੰ 3 ਨਾਲ ਗੁਣਾ ਕਰਾਂਗੇ ਤੇ ਇੱਥੇ ਆ ਗਿਆ 6 ਵੋਲਟ। ਤਾਂ ਟੋਟਲ ਵੋਲਟੇਜ ਸਾਡੀ ਕਿੰਨੀ ਸੀਗੀ ਜਿਹੜੀ ਅਸੀਂ ਸਰਕਟ ਦੇ ਵਿੱਚ ਉਹ ਦਿੱਤੀ ਸੀਗੀ 10 ਵੋਲਟ। ਤੇ ਜਦੋਂ ਆਪਾਂ ਇਹਨਾਂ ਨੂੰ ਜੋੜਿਆ 4 ਨੂੰ ਤੇ 6 ਨੂੰ, ਸਾਡੇ ਕੋਲੇ ਟੋਟਲ ਵੋਲਟੇਜ 4 ਪਲੱਸ ਜਦੋਂ ਆਪਾਂ 6 ਕਰਾਂਗੇ ਸਾਡੇ ਕੋਲ ਟੋਟਲ ਵੋਲਟੇਜ ਕਿੰਨੀ ਆ ਜਾਊਗੀ 10 ਵੋਲਟ ਆ ਜਾਏਗੀ। ਤਾਂ ਸੀਰੀਜ਼ ਦੇ ਵਿੱਚ ਜਿਹੜਾ ਆਪਾਂ ਪਹਿਲਾ ਪੁਆਇੰਟ ਯਾਦ ਕੀਤਾ ਸੀਗਾ ਉਹ ਹੁੰਦਾ ਵੀ ਕਰੰਟ ਸੇਮ ਹੈਗਾ। ਜਿਹੜਾ ਦੂਜਾ ਪੁਆਇੰਟ ਉਹ ਇਹ ਹੈਗਾ ਵੀ ਜਿਹੜੇ ਵੋਲਟੇਜ ਡ੍ਰੌਪਸ ਹੁੰਦੇ ਹੈਗੇ ਤੁਹਾਡੇ ਵੋਲਟੇਜ ਡ੍ਰੌਪਸ ਉਹ ਆਲਵੇਜ਼ ਉਹ ਜਿਹੜੇ ਹੁੰਦੇ ਆ ਉਹ ਐਡੀਟਿਵ ਹੁੰਦੇ ਹੈਗੇ, ਉਹ ਜੁੜ ਜਾਂਦੇ ਹੈਗੇ, ਐਡੀਟਿਵ ਹੁੰਦੇ ਹੈਗੇ। ਐਡੀਟਿਵ ਦਾ ਮਤਲਬ ਆ ਉਹ ਜੁੜ ਜਾਂਦੇ ਹੈਗੇ ਹਮੇਸ਼ਾ ਸਾਰੇ। ਤਾਂ ਜਿੰਨੀ ਕੋਈ ਵੋਲਟੇਜ ਸੋਰਸ ਹੁੰਦਾ ਹੈਗਾ ਉਹ ਵੋਲਟੇਜ ਸੋਰਸ ਬਰਾਬਰ ਹੁੰਦਾ ਕਿਹਦੇ ਸਾਰੇ ਵੋਲਟੇਜ ਡ੍ਰੌਪਸ ਦੇ, ਜਿੰਨੇ ਵੀ ਵੋਲਟੇਜ ਡ੍ਰੌਪਸ ਹੈਗੇ ਉਹਨਾਂ ਦੇ ਜੋੜ ਦੇ। ਕਲੀਅਰ ਹੋ ਗਿਆ ਜੀ ਇੰਨੀ ਗੱਲ? ਯੈਸ ਇੰਨਾ ਪੜਿਆ ਸੀਗਾ ਆਪਾਂ। ਚਾਹੇ ਉਹ ਵੋਲਟੇਜ ਡ੍ਰੌਪਸ ਹੋਣ, ਚਾਹੇ ਜੇ ਇਹਦੀ ਪਾਵਰ ਪੁੱਛੀ ਹੋਵੇ, ਇੱਕ ਪਾਵਰ ਦਾ ਜੇ ਫਾਰਮੂਲਾ ਆਪਾਂ ਨੂੰ ਪੁੱਛਿਆ ਹੋਵੇ, ਪਾਵਰ ਜਿਹੜੀ ਹੁੰਦੀ ਹੈਗੀ ਦੈਟ ਇਜ਼ I²R, ਉਹ ਵੀ I², ਆਪਾਂ ਇਹਦਾ I²R ਕਰਾਂਗੇ 2। ਤਾਂ ਪਾਵਰ ਤੇ ਵੋਲਟੇਜ ਉਹ ਵੱਖਰੀ ਗੱਲ ਹੈ, ਪਾਵਰ ਤਾਂ ਦੋਨਾਂ ਜੁੜਦੀ ਆ। ਸਰ ਸਕਰੀਨ ਚਲੀ ਗਈ ਹੈ ਜੀ। ਸਕਰੀਨ ਦੁਬਾਰੇ ਆ ਰਹੀ ਹੈ, ਦੇਖੋ ਜੀ 1 ਮਿੰਟ ਲਓ, ਦੇਖੋ ਜੀ ਚੈੱਕ ਕਰੋ, ਆ ਰਹੀ ਹੈ ਜੀ ਸਰ ਆ ਗਈ ਹੈ ਜੀ। ਠੀਕ ਹੈ ਜੀ। ਜੇ ਕੁਝ ਪੁੱਛਣਾ ਤਾਂ ਜੇ ਪੁੱਛੋ, ਇੱਥੇ ਤੱਕ ਸੀਰੀਜ਼ ਬਾਰੇ ਜੇ ਕਿਸੇ ਨੇ ਕੁਝ ਪੁੱਛਣਾ ਤਾਂ ਪੁੱਛੋ। ਆਪਣੇ ਆਪ ਨੂੰ ਅਨਮਿਊਟ ਕਰਕੇ ਪੁੱਛ ਲਓ ਜੇ ਕੁਝ ਪੁੱਛਣਾ, ਨਹੀਂ ਆਪਾਂ ਫਿਰ ਅੱਗੇ ਚੱਲਦੇ ਹਾਂ ਜੀ। ਓਕੇ ਸਰ। ਓਕੇ ਜੀ, ਕਰਦੇ ਠੀਕ ਹੈ। ਇੱਕ ਮਿੰਟ ਵੇਟ ਕਰਿਓ ਬਸ। ਇੱਕ ਰਜਿਸਟੈਂਸ ਹੈਗੀ ਆ ਆਹ, ਜੇ ਦੋਨੋਂ ਰਜਿਸਟੈਂਸ ਆਪਸ ਦੇ ਵਿੱਚ ਇੱਕ ਪਾਸੇ ਅਲੱਗ ਤੇ ਦੂਜੇ ਪਾਸੇ ਅਲੱਗ ਏਦਾਂ ਜੁੜੀਆਂ ਹੋਣ, ਫਰਦਰ ਚੈੱਕ ਕਰਕੇ ਕਿਸੇ ਵੋਲਟੇਜ ਸੋਰਸ ਦੇ ਨਾਲ, ਤਾਂ ਇਹ ਜਿਹੜੀ ਰੈਜ਼ਿਸਟੈਂਸ R1 ਆ ਤੇ ਜਿਹੜੀ ਇਹ ਸਟਾਰਟ ਹੋਆ, ਇਹ ਦੋਨਾਂ ਦਾ ਜਿਹੜਾ ਕੰਬੀਨੇਸ਼ਨ ਨੂੰ ਆਪਾਂ ਕਵਾਂਗੇ ਕਿਹੜਾ ਕੰਬੀਨੇਸ਼ਨ ਪੈਰਲਲ ਕੰਬੀਨੇਸ਼ਨ ਕਵਾਂਗੇ। ਕਲੀਅਰ ਹੋ ਗਈ ਜੀ ਗੱਲ ਇਹ? ਤੇ ਜੇ ਬਾਈ ਚਾਂਸ ਇਦਾਂ 2 ਪੈਰਲਲ ਰੈਜ਼ਿਸਟੈਂਸਾਂ ਲੱਗੀਆਂ ਹੋਣ ਤੇ ਜੇ ਇਹਨਾਂ ਦੀ ਆਪਾਂ ਟੋਟਲ ਰੈਜ਼ਿਸਟੈਂਸ ਕੈਲਕੂਲੇਟ ਕਰਨੀ ਹੋਵੇ RT, ਉਹ ਆਪਣੀ ਹੁੰਦੀ ਹੈਗੀ R1 ਮਲਟੀਪਲਾਈ ਬਾਈ R2 R1 ਪਲੱਸ R2। ਆਪਾਂ ਇਹਦੀ ਐਗਜ਼ਾਮਪਲ ਲੈ ਲੈਂਦੇ ਆਂਗੇ। ਮੰਨ ਲਓ ਸਾਡੇ ਕੋਲੇ ਇੱਥੇ ਜਿਹੜੀ ਹੈਗੀ, ਸਪੋਜ਼ ਕਰੋ ਸਾਡੇ ਕੋਲੇ ਇੱਥੇ ਹੀ ਆਪਾਂ ਮੰਨਦੇ ਆ ਵੀ ਇੱਥੇ ਸੀਗੇ ਸਾਡੇ ਕੋਲੇ 20 ਵੋਲਟ, ਤੇ ਇੱਥੇ ਸਾਡੇ ਕੋਲ ਜਿਹੜੀ ਰੈਜ਼ਿਸਟੈਂਸ ਸੀਗੀ ਇਹ ਸੀਗੀ ਸਾਡੀ 6 ਓਮ ਦੀ, ਇੱਥੇ ਸੀਗਾ ਸਾਡਾ 3 ਓਮ। ਤੇ ਟੋਟਲ ਰੈਜ਼ਿਸਟੈਂਸ ਕੈਲਕੂਲੇਟ ਕਿਵੇਂ ਕਰਨੀ ਹੈ? ਦੋਨਾਂ ਨੂੰ ਉੱਪਰ ਮਲਟੀਪਲਾਈ ਕਰਨਾ, ਹੇਠਾਂ ਪਲੱਸ ਕਰਨਾ। ਮਲਟੀਪਲਾਈ ਕਰਨਾ ਮਤਲਬ 6 ਨੂੰ ਮਲਟੀਪਲਾਈ ਕਰਨਾ ਕਿੰਨੇ ਨਾਲ? 3 ਨਾਲ। ਫਿਰ ਹੇਠਲੇ ਪਾਸੇ 6 ਨੂੰ ਪਲੱਸ ਕਰਨਾਗਾ 3 ਨਾਲ। ਉੱਪਰ ਆਇਆ 18, ਹੇਠਾਂ ਆਇਆ 9। ਟੋਟਲ ਸਾਡਾ ਜਿਹੜਾ ਇੱਥੋਂ ਆਨਸਰ ਆਇਆ ਉਹ ਆਏਗਾ 2। 2 ਓਮ। ਠੀਕ ਹੈ ਜੀ, ਕਲੀਅਰ ਹੋ ਗਈ ਰਾਜੀ ਗੱਲ? ਬਾਕੀ ਦੇਖੋ ਸਾਰੇ ਜੀ ਇੱਥੇ ਤੱਕ, ਜੇ ਕਿਸੇ ਨੂੰ ਨਹੀਂ ਪਤਾ ਲੱਗਿਆ ਪੁੱਛੋ। ਤਾਂ 2 ਓਮ ਜਿਹੜਾ ਆਏਗਾ ਇਹ ਸਾਡੇ ਇਸ ਪੂਰੇ ਸਰਕਟ ਦਾ, ਜਿਹੜਾ ਇਹ ਪੂਰਾ ਸਰਕਟ ਹੈ ਨਾ ਸਾਡਾ, ਇਹ ਪੂਰਾ ਸਰਕਟ ਹੈ ਜਿਹੜਾ ਸਾਡਾ, ਇਸ ਪੂਰੇ ਸਰਕਟ ਦੀ ਰੈਜ਼ਿਸਟੈਂਸ ਆਈ ਹੈਗੀ। ਹੁਣ ਜੇ ਪੂਰੇ ਸਰਕਟ ਦਾ ਆਪਾਂ ਕਰੰਟ ਕੱਢਣਾਗਾ ਵੀ ਕਰੰਟ ਕਿੰਨਾ ਹੋਏਗਾ, I = V/R। ਵੋਲਟੇਜ ਕਿੰਨੀ ਹੈ ਸਾਡੀ 20, ਤੇ ਰੈਜ਼ਿਸਟੈਂਸ ਸਾਡੀ ਕਿੰਨੀ ਹੈ 2, ਤਾਂ ਇੱਥੋਂ ਸਾਡੇ ਕੋਲੇ ਟੋਟਲ ਕਰੰਟ ਕਿੰਨਾ ਆ ਗਿਆ 10 ਐਂਪੀਅਰ। 10 ਐਂਪੀਅਰ। ਇਹ 10 ਐਂਪੀਅਰ ਜਿਹੜਾ ਕਰੰਟ ਆਇਆ ਹੈਗਾ, ਇਹ 10 ਐਂਪੀਅਰ ਕਰੰਟ ਸਾਡਾ ਇੱਥੇ ਹੈਗਾ। ਓਕੇ ਜੀ, ਇਹ 10 ਐਂਪੀਅਰ ਕਰੰਟ ਸਾਡਾ ਇੱਥੇ ਹੈਗਾ। ਕਲੀਅਰ ਹੋ ਗਈ ਨਾ ਜੀ ਗੱਲ ਇਹ? ਤਾਂ ਟੋਟਲ ਕਰੰਟ ਸਾਡਾ ਸਾਨੂੰ ਪਤਾ ਲੱਗ ਗਿਆ ਵੀ ਕਿੰਨਾ ਹੋਊਗਾ। ਹੁਣ ਇੱਕ ਗੱਲ ਹੋਰ ਦੇਖੋ, ਪੈਰਲਲ ਦੇ ਵਿੱਚ, ਸੀਰੀਜ਼ ਦੇ ਵਿੱਚ ਆਪਾਂ ਕਿਹਾ ਸੀ ਵੀ ਕਰੰਟ ਸੇਮ ਹੁੰਦਾ, ਤਾਂ ਜੇ ਆਪਾਂ ਪੈਰਲਲ ਦੀ ਗੱਲ ਕਰੀਏ ਤਾਂ ਦੇਖੋ ਜਿਹੜਾ ਆਹ ਰੈਜ਼ਿਸਟੈਂਸ ਦੇ ਆ 2 ਟਰਮੀਨਲ ਆ ਗਏ, ਆ ਜਿਹੜੀ ਆ 6 ਓਮ ਦੀ ਰੈਜ਼ਿਸਟੈਂਸ ਆ, ਇਹਦਾ ਟਰਮੀਨਲ ਸਿੱਧਾ ਤੁਹਾਡੇ 10 ਵੋਲਟ ਦੇ ਪੋਜ਼ਿਟਿਵ ਨਾਲ ਲੱਗਿਆ ਹੋਇਆ ਨਾ, ਜਿਹੜਾ ਦੂਜਾ ਟਰਮੀਨਲ ਹੈਗਾ ਉਹ ਨੈਗੇਟਿਵ ਨਾਲ ਲੱਗਿਆ ਹੋਇਆ ਹੈ ਨਾ। ਤਾਂ ਇਟ ਮੀਨਸ ਇਹ 6 ਨੂੰ, ਇਸ 6 ਨੂੰ
ਕਿੰਨੀ ਵੋਲਟੇਜ ਮਿਲਦੀ ਪਈ ਹੈ 6 ਦੇ ਕ੍ਰਾਸ ਵੋਲਟੇਜ ਕਿੰਨੀ ਹੈਗੀ 6 ਓਮ ਦੇ ਕ੍ਰਾਸ ਵੋਲਟੇਜ ਜਿਹੜੀ ਹੈਗੀ ਉਹ ਕਿੰਨੀ ਹੈਗੀ 20 ਵੋਲਟ ਤੇ ਪਲੱਸ ਦੂਜਾ ਆ ਵੀ ਦੇਖੋ ਇਹ ਵੀ ਸਿੱਧਾ ਤੁਹਾਡਾ ਇਸੇ ਟਰਮੀਨਲ ਨਾਲ ਜੁੜਿਆ ਹੈਗਾ ਇਹਦਾ ਮਤਲਬ ਇਸ ਤਿੰਨ ਨੂੰ ਵੀ ਜਿਹੜੀ ਵੋਲਟੇਜ ਮਿਲਦੀ ਪਈ ਇਹਦੇ ਕ੍ਰਾਸ ਉਹ ਕਿੰਨੀ ਮਿਲਦੀ ਪਈ ਹੈਗੀ 20 ਵੋਲਟ 20 ਠੀਕ ਤਾਂ ਇੱਥੋਂ ਸਾਨੂੰ ਕੀ ਪਤਾ ਲੱਗਦਾ ਕਿ ਇਨ ਪੈਰਲਲ ਸਰਕਟ ਇਸ ਚੀਜ਼ ਦੀ ਨੋਟ ਬਣਾ ਸਕਦੇ ਹਾਂ ਇੱਥੋਂ ਅਸੀਂ ਆਪਾਂ ਕਿ ਇਨ ਪੈਰਲਲ ਸਰਕਟ the voltage across all parallel resistances are equal ਕਿ ਸਾਰੀਆਂ ਰੈਜ਼ਿਸਟੈਂਸਾਂ ਦੇ ਕ੍ਰਾਸ ਸਾਡੀ ਜਿਹੜੀ ਵੋਲਟੇਜ ਹੁੰਦੀ ਹੈਗੀ ਉਹ ਸਾਡੀ ਕੀ ਹੁੰਦੀ ਹੈਗੀ ਇਕੁਅਲ ਹੁੰਦੀ ਹੈਗੀ ਇੱਥੇ ਵੀ ਉਹੀ ਇੱਥੇ ਵੀ ਉਹੀ ਹੈ ਕਲੀਅਰ ਹੋਈ ਜੀ ਗੱਲ ਇਹ ਠੀਕ ਹੈ ਜੀ ਤਾਂ ਹੁਣ ਦੇਖੋ ਜੇ ਬਾਈ ਚਾਂਸ ਇੱਥੇ ਆਪਾਂ ਕੱਢਣਾ ਵੀ ਇੱਥੇ ਆਪਾਂ ਨੇ ਕਰੰਟ ਕੱਢਣਾ ਵੀ ਦੱਸੋ ਜੀ 10 ਐਂਪੀਅਰ ਤੋਂ ਇੱਥੇ ਕਰੰਟ ਕਿੰਨਾ ਗਿਆ ਤੇ ਇੱਥੇ ਕਰੰਟ ਕਿੰਨਾ ਗਿਆ ਤਾਂ ਇਹ ਦੋ ਟਰਮੀਨਲ ਦੇ ਕ੍ਰਾਸ ਜਿਹੜੀ ਵੋਲਟੇਜ ਹੈ ਕਰੰਟ ਦਾ ਫਾਰਮੂਲਾ ਅਸੀਂ ਕੀ ਪੜ੍ਹਦੇ ਹੁੰਦੇ ਆ ਵੀ ਕਰੰਟ ਦਾ ਫਾਰਮੂਲਾ ਕੀ ਹੁੰਦਾ ਹੈਗਾ ਆਪਾਂ ਇੱਥੇ ਦੇਖ ਲੈਂਦੇ ਹਾਂ ਕਰੰਟ ਦਾ ਫਾਰਮੂਲਾ ਅਸੀਂ ਪੜ੍ਹਦੇ ਹਾਂ ਵੀ ਉਹ ਹੁੰਦਾ ਹੈਗਾ V/R ਇੱਥੇ 6 ਓਮ ਦੀ ਰੈਜ਼ਿਸਟੈਂਸ ਵਾਸਤੇ V ਵੋਲਟੇਜ ਕਿੰਨੀ ਹੈਗੀ ਸਾਡੀ 20 ਤੇ ਰੈਜ਼ਿਸਟੈਂਸ ਕਿੰਨੀ ਹੈਗੀ ਸਾਡੀ 6 ਤਾਂ ਇੱਥੋਂ ਸਾਡੇ ਕੋਲ ਕਿੰਨਾ ਆ ਗਿਆ ਇਹ 10 ਡਿਵਾਈਡ ਬਾਈ 3.33 ਆ ਗਿਆ ਐਂਪੀਅਰ ਕਰੰਟ ਇਹ I1 ਕਰੰਟ ਆ ਜੇ ਆਪਾਂ ਇਹਨੂੰ I1 ਮੰਨਿਆਗਾ ਤਾਂ ਤੇ ਜਿਹਨੂੰ ਆਪਾਂ I2 ਮੰਨਦੇ ਆਂਗੇ ਜੇ ਆਪਾਂ ਇੱਥੇ ਰੈਜ਼ਿਸਟੈਂਸ ਕੱਢਣੀ ਹੋਵੇ I2 ਦਾ ਜਿਹੜਾ ਕਰੰਟ ਆ ਜਿਹੜਾ ਇੱਥੇ ਕਰੰਟ ਕੱਢਣਾ ਹੋਵੇ ਤੇ ਇਹਦੀ ਵੋਲਟੇਜ ਕਿੰਨੀ ਹੈ I2 ਦੇ ਕ੍ਰਾਸ ਇੱਥੇ ਵੋਲਟੇਜ ਕਿੰਨੀ ਹੈਗੀ ਸਾਡੀ 20 ਕਿੰਨੀ ਹੈਗੀ ਸਾਡੀ 20 20 ਤਾਂ 20 ਨੂੰ ਜਦੋਂ ਆਪਾਂ ਡਿਵਾਈਡ ਕਰਾਂਗੇ ਕਿਹਦੇ ਨਾਲ 3 ਦੇ ਨਾਲ ਤਾਂ ਇੱਥੋਂ ਸਾਡੇ ਕੋਲੇ ਆ ਜਾਊਗਾ ਜਿਹੜਾ ਸਾਡਾ 20 ਨੂੰ ਆਪਾਂ 6.4 ਦੇ ਨੇੜੇ ਤੇੜੇ ਜੇ ਇਹਦਾ ਵੀ ਆ ਗਿਆ ਐਂਪੀਅਰ ਉਹ ਸਾਡਾ ਕਰੰਟ ਕਿਹਦਾ I2 ਦਾ ਕਰੰਟ ਹੈ ਜੇ ਹੁਣ I1 ਪਲੱਸ I2 ਨੂੰ ਤੁਸੀਂ ਜੋੜ ਕੇ ਦੇਖ ਲਓ ਤੁਹਾਡੇ ਕੋਲੇ ਉਹੀ ਬਣੂਗਾ 10 ਐਂਪੀਅਰ ਕਰੰਟ ਹੀ ਬਣੂਗਾ ਠੀਕ ਹੈ ਜੀ ਦੱਸੋ ਜੀ ਜੇ ਕੋਈ ਪ੍ਰੋਬਲਮ ਆ ਗਈ ਫਿਰ ਆਪਾਂ ਅੱਗੇ ਚੱਲਾਂਗੇ ਦੱਸੋ ਜੇ ਕੋਈ ਪ੍ਰੋਬਲਮ ਅਨਮਿਊਟ ਕਰਕੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਤਾਂ ਡਿਸਕਸ ਕਰੋ ਜੀ ਜੇ ਸਹੀ ਹੈ ਤਾਂ ਵੀ ਦੱਸੋ ਓਕੇ ਸਰ ਹਾਂਜੀ ਪੁੱਛਣਾ ਕਿਸੇ ਨੇ ਕੁਝ ਜੀ ਨੋ ਸਰ ਹੈ ਜੀ ਨੋ ਸਰ ਠੀਕ ਹੈ ਜੀ ਤਾਂ ਦੇਖੋ ਪੈਰਲਲ ਵਾਸਤੇ ਜੇ ਅਸੀਂ ਇੱਥੇ ਹਿੰਟ ਜਾਂ ਬਣਾਉਣਾ ਹੋਵੇ ਕਿ ਇੱਕ ਪੈਰਲਲ ਸਰਕਟ ਵਾਸਤੇ ਜੇ ਅਸੀਂ ਚੀਜ਼ਾਂ ਯਾਦ ਰੱਖਣੀਆਂ ਹੁਣ ਤਾਂ ਪਹਿਲੀ ਗੱਲ ਕੀ ਹੈਗੀ ਪੈਰਲਲ ਸਰਕਟ ਵਾਸਤੇ ਯਾਦ ਰੱਖਣ ਯੋਗ ਕਿ ਜਿਹੜੀ ਵੋਲਟੇਜ ਹੁੰਦੀ ਹੈਗੀ ਉਹ ਸੇਮ ਹੁੰਦੀ ਹੈਗੀ ਉਹ ਬਰਾਬਰ ਹੁੰਦੀ ਹੈਗੀ ਆਲ ਬ੍ਰਾਂਚਿਸ ਦੇ ਵਿੱਚ ਜਾਂ ਸਾਰੀਆਂ ਰੈਜ਼ਿਸਟੈਂਸਿਸ ਦੇ ਵਿੱਚ ਰੈਜ਼ਿਸਟੈਂਸਿਸ ਕਹਿ ਲਓ ਬ੍ਰਾਂਚਿਸ ਕਹਿ ਲਓ ਪਹਿਲੀ ਗੱਲ ਦੂਜੀ ਗੱਲ ਜਿਹੜਾ ਕਰੰਟ ਹੁੰਦਾ ਹੈਗਾ ਦੇਖੋ ਇੱਥੇ ਜਿਹੜਾ ਟੋਟਲ ਕਰੰਟ ਸੀਗਾ ਹਨਾ 10 ਸੀਗਾ ਨਾ ਇਹ 10 ਦੇ ਵਿੱਚੋਂ ਕੁਛ ਹਿੱਸਾ ਇੱਥੇ ਡਿਵਾਈਡ ਹੋਇਆ ਕੁਛ ਹਿੱਸਾ ਇੱਧਰ ਗਿਆ ਤਾਂ ਇਟ ਮੀਨਸ ਕੀ ਹੈਗਾ ਜਿਹੜਾ ਕਰੰਟ ਹੁੰਦਾ ਹੈਗਾ ਕਰੰਟ ਹੁੰਦਾ ਜਿਹੜਾ ਕਰੰਟ ਇਜ਼ ਆਲਵੇਜ਼ ਡਿਵਾਈਡ ਹੁੰਦਾ ਕਿਵੇਂ ਡਿਵਾਈਡ ਹੁੰਦਾ ਹੈਗਾ ਕਿਹਦੇ ਡਿਪੈਂਡ ਕਰਦਾ ਉਹ ਅਕੋਰਡਿੰਗ ਟੂ ਵੈਲਿਊ ਆਫ ਰੈਜ਼ਿਸਟੈਂਸ ਵੈਸੇ ਤਾਂ ਵੈਲਿਊ ਆਫ ਰੈਜ਼ਿਸਟੈਂਸ ਆਫ ਬ੍ਰਾਂਚ ਆਊਗਾ ਵੀ ਜਿਹੜੀ ਬ੍ਰਾਂਚ ਦੀ ਜਿਹੜਾ ਆਹ ਬ੍ਰਾਂਚ ਸੀਗੀ ਇਸ ਬ੍ਰਾਂਚ ਦੀ ਜਿੰਨੀ ਰੈਜ਼ਿਸਟੈਂਸ ਉਸ ਹਿਸਾਬ ਨਾਲ ਇੱਥੇ ਕਰੰਟ ਜਾਊਗਾ ਇਸ ਬ੍ਰਾਂਚ ਦੀ ਕਿੰਨੀ ਰੈਜ਼ਿਸਟੈਂਸ ਹੈ ਮੈਂ ਦੁਬਾਰਾ ਬਣਾ ਲੈਂਦਾ ਜੇ ਤੁਹਾਨੂੰ ਇੱਥੇ ਸਾਫ਼ ਨਹੀਂ ਦਿਖ ਰਿਹਾ ਹੈਗਾ ਮੈਂ ਦੁਬਾਰਾ ਬਣਾ ਲੈਂਦਾ ਵੀ ਇੱਥੇ ਸਾਡੇ ਕੋਲੇ ਸੀਗਾ 6 ਇੱਥੇ ਸਾਡੇ ਕੋਲੇ ਸੀਗਾ 3 ਜਿਹੜਾ ਟੋਟਲ ਕਰੰਟ ਜਿਹੜਾ ਸਾਡਾ ਸੀਗਾ 10 ਸੀਗਾ ਇੱਥੇ ਕਿੰਨਾ ਇਸ ਇੱਥੇ ਗਿਆ ਸੀਗਾ ਸਾਡਾ 20 ਟੋਟਲ ਵੋਲਟੇਜ ਸੀਗੀ ਨਾ ਸਾਡੀ ਹਾਂਜੀ ਤਾਂ 20 ਨੂੰ 10 ਨਾਲ 6 ਨਾਲ ਕੀਤਾ ਸੀਗਾ ਤਾਂ 3.33 ਆਇਆ ਸੀਗਾ ਨਾ ਯੈਸ ਸਰ ਤੇ ਜਿਹੜਾ ਇੱਧਰ ਕੀਤਾ ਸੀਗਾ ਆਪਣਾ ਉਹ ਕਿੰਨਾ ਆਇਆ ਸੀਗਾ 6.66 ਆਇਆ ਸੀਗਾ ਤਾਂ ਜੇ ਦੇਖਿਆ ਜਾਵੇ ਜਿਸ ਬ੍ਰਾਂਚ ਦੇ ਵਿੱਚ ਰੈਜ਼ਿਸਟੈਂਸ ਜ਼ਿਆਦਾ ਹੈਗੀ ਉਸ ਬ੍ਰਾਂਚ ਦਾ ਜਿਹੜਾ ਕਰੰਟ ਆ ਉਹ ਕੀ ਆ ਘੱਟ ਤੇ ਜਿਸ ਬ੍ਰਾਂਚ ਦੇ ਵਿੱਚ ਰੈਜ਼ਿਸਟੈਂਸ ਘੱਟ ਆ ਗਈ ਉਹਦਾ ਕਰੰਟ ਕੀ ਹੈਗਾ ਵੱਧ ਜੀ ਕਲੀਅਰ ਹੋ ਗਈ ਜੀ ਗੱਲ ਇੰਨਾ ਪਤਾ ਲੱਗ ਗਿਆ ਰਾਜੇ ਯੈਸ ਸਰ ਠੀਕ ਹੈ ਜੀ ਤੇ ਜੇ ਆਪਾਂ
ਇਸੇ ਨੂੰ ਹੀ ਅੱਗੇ ਥੋੜਾ ਜਿਹਾ ਸੋਲਵ ਕਰੀਏ। ਜੇ ਆਪਾਂ ਇਹਨੂੰ ਪਾਵਰ ਕੱਢਣੀ ਹੋਵੇ ਤਾਂ ਪਾਵਰ ਦਾ ਫਾਰਮੂਲਾ ਆਪਾਂ ਸਾਰਿਆਂ ਨੂੰ ਪਤਾ ਨਾ, ਕਿ ਪਾਵਰ ਆਪਾਂ ਕਿਸੇ ਵੀ ਰੈਜ਼ਿਸਟੈਂਸ ਦੇ ਵਿੱਚ ਕਿੱਦਾਂ ਕੱਢ ਸਕਦੇ ਹਾਂਗੇ। ਜੇ ਚਲੋ ਇਸ ਪੂਰੇ ਸਰਕਟ ਦੀ ਪਾਵਰ ਕੱਢਣੀ ਹੈ, ਇਸ ਪੂਰੇ ਸਰਕਟ ਦੀ ਪਾਵਰ ਕੱਢਣੀ ਹੈਗੀ ਆਪਾਂ, ਪਾਵਰ ਦਾ ਫਾਰਮੂਲਾ ਦੱਸ ਸਕਦੇ ਹੋ ਕੀ ਹੁੰਦਾ ਟੋਟਲ ਸਰਕਟ ਦਾ? V into I V = V into I। V ਸਾਡੀ ਕਿੰਨੀ ਹੈਗੀ ਇੱਥੇ 20 20, I ਕਿੰਨਾ ਸਾਡਾ 10 ਜੀ 10, ਤਾਂ ਟੋਟਲ ਸਾਡੀ ਕਿੰਨੀ ਆ ਗਈ ਇਹ ਪਾਵਰ 200 ਵਾਟ 200 ਵਾਟ। ਵੈਰੀ ਗੁੱਡ ਜੀ। ਦੂਜੀ ਗੱਲ, ਮੰਨ ਲਓ ਅਸੀਂ ਇਕੱਲੇ ਦੀ ਪਾਵਰ ਕੱਢ ਕੇ ਉਹਨੂੰ ਅੱਗੇ ਸੋਲਵ ਕਰਦੇ ਆਂਗੇ। ਜੇ ਇਹਦੀ ਪਾਵਰ ਕੱਢਾਂਗੇ ਆਪਾਂ ਇਸ ਪੂਰੇ ਇੰਨੇ ਕੁ ਸਰਕਟ ਦੀ, ਜੇ ਆਪਾਂ ਪਾਵਰ ਕੱਢਣੀ ਇੰਨੇ ਕੁ ਸਰਕਟ ਦੀ ਪਾਵਰ ਕੱਢਣੀ ਆ, ਤਾਂ ਇਹਦਾ I² R ਕਰਨਾ ਪਊਗਾ ਨਾ ਸਾਨੂੰ। ਹਾਂਜੀ ਸਰ। ਤਾਂ ਇਹਦਾ I² ਜਦੋਂ ਆਪਾਂ R ਕਰਾਂਗੇ ਆਪਾਂ ਇਹਦਾ, ਤਾਂ I² R ਇਹਦਾ ਕੀ ਆਊਗਾ 3.33 ਦਾ ਸਕੁਅਰ ਮਲਟੀਪਲਾਈ ਬਾਏ 6। ਇੱਥੋਂ ਪਾਵਰ ਆ ਜੂਗੀ ਇਹਦੀ ਪਾਵਰ ਨੂੰ ਆਪਾਂ P1 ਮੰਨ ਲਓ, ਇਹਦੀ ਪਾਵਰ ਨੂੰ ਆਪਾਂ P2 ਮੰਨ ਲਓ। ਤਾਂ ਇੱਥੋਂ ਜਦੋਂ ਕਰੋਗੇ ਪਲੱਸ ਇਹਦੀ ਪਾਵਰ ਜਦੋਂ ਨਿਕਲਾਂਗੇ, ਇਹਦਾ ਕਰੰਟ ਦਾ ਸਕੁਅਰ 6.66 ਦਾ ਸਕੁਅਰ ਮਲਟੀਪਲਾਈ ਬਾਏ 3। ਇਹਨਾਂ ਦੋਨਾਂ ਨੂੰ ਜੋੜ ਕੇ ਦੇਖ ਲਓ, ਇਹਦਾ ਆਨਸਰ ਵੀ 200 ਵਾਟ ਹੀ ਬਣੂਗਾ। ਜੇ ਕਹੋ ਤਾਂ ਮੈਂ ਕਰਕੇ ਦਿਖਾਣਾ, ਨਹੀਂ ਕੋਈ ਲੋੜ ਨਹੀਂ ਹੈਗੀ, ਪਤਾ ਹੀ ਹੈਗਾ ਕਰੰਟ ਤੁਹਾਡਾ ਸੇਮ ਹੀ ਆਊਗਾ। ਮੈਂ ਤੁਹਾਨੂੰ ਪੁਆਇੰਟਾਂ 3 ਪੁਆਇੰਟ ਆਪਣੇ ਕੈਲਕੂਲੇਟਰ ਤੇ ਜੋੜ ਕੇ ਦੇਖ ਲਓ। 3.33 ਗੁਣਾ 3.33 ਗੁਣਾ ਆਪਣਾ 6, ਇਹ ਆ ਗਿਆ ਤੁਹਾਡਾ, ਇੱਥੇ ਆਊਗਾ ਤੁਹਾਡਾ 66.5। ਓਕੇ ਜੀ, 6.66 ਗੁਣਾ 6.66 ਕਰਾਂਗੇ, ਇਹਨੂੰ 3 ਨਾਲ ਕਰਾਂਗੇ, ਇੱਥੇ ਆਊਗਾ ਸਾਡਾ 133। 133 ਦੇ ਵਿੱਚ 66 ਜੋੜੋ ਜੀ, ਕਿੰਨਾ ਬਣਦਾ ਹੈਗਾ 200 ਵਾਟ ਬਣਦਾ। ਲਓ ਜੀ, ਹੁਣ ਦੱਸੋ ਜੇ ਕੋਈ ਦਿੱਕਤ ਹੈਗੀ। ਠੀਕ ਹੈ ਸਰ। ਲਓ ਜੀ, ਆ ਸਾਡੇ ਕੋਲ ਇੱਕ ਸਰਕਟ ਹੈਗਾ, ਸਪੋਜ਼ ਕਰੋ ਸਾਡੇ ਕੋਲ ਇਹਦੀ ਵੈਲਿਊ ਹੈਗੀ 2 ਓਮ 3 ਓਮ 6 ਓਮ 3 ਓਮ ਆ ਲਓ ਜੀ, ਸਪੋਜ਼ ਕਰੋ ਸਾਡੇ ਕੋਲ ਇਹ ਸਰਕਟ ਹੈਗਾ। ਤਾਂ ਸਭ ਤੋਂ ਪਹਿਲਾਂ ਇਸ ਸਰਕਟ ਦੇ ਵਿੱਚ ਦੇਖੋ, ਕੁਝ ਸਾਨੂੰ ਰੈਜ਼ਿਸਟੈਂਸਿਸ ਨੇਗੀਆਂ ਜਿਹੜੀਆਂ ਸੀਰੀਜ਼ ਦੇ ਵਿੱਚ ਦਿਖਣਗੀਆਂ, ਕੁਝ ਸਾਨੂੰ ਪੈਰਲਲ ਦੇ ਵਿੱਚ ਦਿਖਣਗੀਆਂ। ਤਾਂ ਜਿਹੜੀ ਸਾਨੂੰ ਰੈਜ਼ਿਸਟੈਂਸ ਸੀਰੀਜ਼ 'ਚ ਦਿਖੀ ਜਾਂਦੀ ਹੈਗੀ, ਉਹਨੂੰ ਸੀਰੀਜ਼ 'ਚ ਸੋਲਵ ਕਰੀ ਜਾਓ। ਜਿਹੜੀ ਸਾਨੂੰ ਪੈਰਲਲ 'ਚ ਦਿਖਦੀ ਆ, ਉਹਨੂੰ ਪੈਰਲਲ ਦੇ ਵਿੱਚ ਸੋਲਵ ਕਰੀ ਜਾਓ। ਮੰਨ ਲਓ ਆਪਣੇ ਕੋਲੇ ਜਿੱਦਾਂ 2 ਨੇਗੀਆਂ, ਆਹ 2, ਇਹ 2 ਸਾਨੂੰ ਸਾਫ਼ ਪਤਾ ਲੱਗ ਰਿਹਾ ਨਾ ਵੀ ਕੀ ਹੈ। 1 ਮਿੰਟ, ਜਿਵੇਂ ਸਾਡੇ ਕੋਲੇ ਆ 2 ਰੈਜ਼ਿਸਟੈਂਸਿਸ ਨੇਗੀਆਂ, ਇਹ ਸਾਫ਼ ਦਿਖ ਰਿਹਾ ਨਾ ਵੀ ਕਾਹਦੇ ਵਿੱਚ ਆ ਗਈਆਂ, ਸੀਰੀਜ਼ 'ਚ ਨੇ ਨਾ। ਸੀਰੀਜ਼ ਹਾਂਜੀ। ਤਿੰਨ ਦੋਨੇ ਰੈਜ਼ਿਸਟੈਂਸ ਕਿਵੇਂ ਸੋਲਵ ਹੋਣਗੀਆਂ ਸੀਰੀਜ਼ 'ਚ, ਪਲੱਸ ਇਹਦੇ ਨਾਲ ਤੀਜੀ ਇੱਕ ਆ ਗਈ, ਇਹ ਵੀ ਸੀਰੀਜ਼ 'ਚ ਤੀਜੀ ਵੀ ਹੈਗੀ ਸੀਰੀਜ਼ ਹਾਂਜੀ। ਹਨਾ। ਤੇ ਤਿੰਨੇ ਸੀਰੀਜ਼ ਸੋਲਵ ਹੋਣਗੀਆਂ, ਮਤਲਬ ਸੀਰੀਜ਼ ਦੇ ਵਿੱਚ ਸਾਡੇ ਕੋਲੇ ਟੋਟਲ ਅਸੀਂ ਕਰੰਟ ਕਿਵੇਂ ਕੱਢਦੇ, ਰੈਜ਼ਿਸਟੈਂਸ ਕਿਵੇਂ ਕੱਢਦੇ ਆ, ਸਾਰੀਆਂ ਰੈਜ਼ਿਸਟੈਂਸਾਂ ਨੂੰ ਆਪਸ ਦੇ ਵਿੱਚ ਜੋੜ ਕੇ। ਐਡ ਕਰ ਦਿੰਦੇ। ਠੀਕ ਹੈ ਰਾਜੇ। ਤਾਂ ਆਪਾਂ ਇੰਨੇ ਕੁ ਨੂੰ ਬਣਾਉਣੇ ਆਗੇ, ਸਾਰਿਆਂ ਨੂੰ ਜਦੋਂ ਆਪਾਂ ਜੋੜਾਂਗੇ ਸਾਡੇ ਕੋਲੇ ਕੀ ਆਊਗਾ 2 + 3 + 2 ਕਿੰਨਾ ਆ ਗਿਆ ਸਾਡਾ 3 ਤੇ 2 5 ਤੇ 2 7 ਓਮ ਆ ਗਿਆ। ਤਾਂ ਮਤਲਬ ਇਹਨਾਂ ਤਿੰਨਾਂ ਦੀ ਥਾਂ ਤੇ ਆਪਾਂ ਹੁਣ ਜਿਹੜੀ ਇੱਕ ਨਵੀਂ ਡਾਇਗਰਾਮ ਬਣਾਉਣੀ ਹੈ, ਜਿਹੜੇ ਬੱਚੇ ਪਹਿਲੀ ਵਾਰੀ ਕਰ ਰਹੇ ਹੈਗੇ, ਉਹ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਇਹ ਪੂਰੀ ਬ੍ਰਾਂਚ ਦੀ ਜਿਹੜੀ ਇੰਨੀ ਬ੍ਰਾਂਚ ਦੀ ਜਿਹੜੀ ਰੈਜ਼ਿਸਟੈਂਸ ਬਣਾਉਣੀ ਹੈਗੀ, ਉਹ ਕਿੰਨੀ ਬਣੇਗੀ ਸਾਡੀ 7 ਬਣੇਗੀ। ਇੱਥੇ ਹੀ 7 ਲਿਖ ਲਾਂਗੇ। ਤੇ ਬਾਕੀ ਜਿਹੜਾ ਹੇਠਾਂ ਕਿਹਦੇ ਨਾਲ ਜਾ ਕੇ ਜੁੜੇਗਾ, ਉਹ 6 ਆ ਜਿਹੜਾ, ਤੇ 3 ਹੈਗਾ ਉਹ ਇਦਾਂ ਹੀ ਹੈਗਾ, ਉਹ ਇਦਾਂ ਹੀ ਹੈਗਾ, ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ। ਠੀਕ ਹੈ ਜੀ। ਇਸ ਤੋਂ ਬਾਅਦ 1 ਓਮ ਦੀ ਰੈਜ਼ਿਸਟੈਂਸ ਵੀ ਇੱਥੇ ਹੈਗੀ, ਤੇ ਇਸ ਤੋਂ ਬਾਅਦ ਆ ਵੀ ਇੱਥੇ ਸਾਡੇ ਕੋਲ ਇੱਥੇ ਸੀਗਾ 50 ਵੋਲਟ। ਤਾਂ ਹੁਣ ਦੇਖੋ ਜਿਹੜਾ ਆਹ ਸਰਕਟ ਹੈਗਾ ਸਾਡਾ, ਇਹਦੀ ਜਿਹੜੀਆਂ ਵੈਲਿਊਜ਼ ਨੇ ਆਪਾਂ ਲਿਖ ਲੈਂਦੇ ਹੈਗੇ 6 3 ਤੇ 1। ਹੁਣ ਸਾਨੂੰ ਸਰਕਟ ਦੇ ਵਿੱਚ ਕੀ ਦਿਖ ਰਿਹਾ ਹੈਗਾ, ਸਰਕਟ ਦੇ ਵਿੱਚ ਦੇਖੋ ਹੁਣ ਸਾਨੂੰ 7 ਕਿਸੇ ਨਾਲ ਸੀਰੀਜ਼ ਜਾਂ ਪੈਰਲਲ 'ਚ ਦਿਖ ਰਿਹਾ ਹੈਗਾ, ਜਿਹੜਾ 7 ਓਮ ਹੈਗਾ ਨਹੀਂ ਦਿਖ ਰਿਹਾ। ਇਹਦੇ ਵਿੱਚ ਹੁਣ ਆਹ ਜਿਹੜੀਆਂ ਨੇਗੀਆਂ 2, ਇਹ ਪੈਰਲਲ 'ਚ ਸਾਫ਼ ਦਿਖ ਰਹੀਆਂ ਨੇਗੀਆਂ। ਤਾਂ ਜੇ ਪੈਰਲਲ ਦੇ ਵਿੱਚ ਨੇਗੀਆਂ ਇਹ, ਤਾਂ ਪੈਰਲਲ ਇਹਨਾਂ ਨੂੰ ਕਿਵੇਂ ਕਰਾਂਗੇ ਅਸੀਂ,
6 ਗੁਣਾ 3 6 + 3 +3 18/9 ਕਿੰਨਾ ਆ ਗਿਆ 2 2। ਤਾਂ ਅਸੀਂ ਇੰਨੇ ਕੁ ਨੂੰ ਇਹਨੂੰ ਮਟੇ ਕੇ ਇੱਥੇ 2 ਦੀ ਲਗਾ ਸਕਦੇ ਆਂਗੇ। ਹਾਂਜੀ ਸਰ। ਲਓ ਜੀ ਲਗਾ ਲਓ ਇਹਨੂੰ। ਇਹਨਾਂ ਦੋ ਇਹਦੀ ਥਾਂ ਤੇ ਇੱਥੇ ਸਾਡੀ ਕਿੰਨੇ ਦੀ ਲੱਗ ਗਈ ਹੁਣ? ਇਹਦਾ ਜਿਹੜਾ ਕੰਬੀਨੇਸ਼ਨ ਆ ਸਾਡਾ ਕਿੰਨਾ ਹੋ ਗਿਆ? 2। ਹੁਣ ਅਸੀਂ ਦੇਖੋ ਵੀ ਆਹ 7 ਜਿੱਥੇ ਖਤਮ ਹੋਈ ਹੈ ਇੱਥੇ ਖਤਮ ਹੋਈ ਹੈ ਨਾ, ਉੱਥੇ ਡਾਇਰੈਕਟ ਸਾਡੀ ਆ 2 ਜੁੜਿਆ ਹੋਇਆ। ਜਿੱਥੇ 2 ਡਾਇਰੈਕਟ ਖਤਮ ਹੋਇਆ ਸਾਡਾ, ਉੱਥੇ ਸਾਡਾ 1 ਜੁੜਿਆ ਹੋਇਆ। ਠੀਕ ਹੈ ਰਾਜੇ? ਤੇ ਇਹਦਾ ਮਤਲਬ ਜਿਹੜੀਆਂ ਤਿੰਨੇ ਬਿਲਕੁਲ ਸੀਰੀਜ਼ ਦੇ ਵਿੱਚ ਜੁੜੀਆਂ ਹੋਈਆਂ ਨੇਗੀਆਂ। ਤਾਂ ਸੀਰੀਜ਼ ਦੇ ਵਿੱਚ ਇਹਨਾਂ ਨੂੰ ਆਪਾਂ ਕਿਵੇਂ ਜੋੜਾਂਗੇ? ਸਿੰਪਲੀ ਆਪਾਂ ਇਹਨਾਂ ਨੂੰ ਆਪਾਂ ਸੋਲਵ ਕਰਨ ਵਾਸਤੇ 7 ਨੂੰ ਜੋੜ ਕਰਾਂਗੇ 2 ਦੇ ਵਿੱਚ, ਫਿਰ ਜੋੜ ਕਰਾਂਗੇ 1 ਦੇ ਵਿੱਚ। ਤਾਂ 7 ਤੇ 3 ਸਾਡੇ ਕੋਲ ਟੋਟਲ ਜਿਹੜੀ ਰੈਜ਼ਿਸਟੈਂਸ ਆ ਗਈ ਉਹ ਕਿੰਨੀ ਆ ਗਈ? 10 ਆ ਗਈ। 10 ਹੈ। ਕਲੀਅਰ ਹੋ ਗਈ ਰਾਜੀ ਗੱਲ ਇਹ? ਯੈਸ ਤਾਂ ਜੇ ਇੱਥੇ ਕਰੰਟ ਆਪਾਂ ਕੱਢਣਾ ਹੁੰਦਾ ਤਾਂ ਜਿਹੜਾ ਕਰੰਟ ਹੈਗਾ, ਕਰੰਟ ਇਜ਼ ਇਕੁਅਲ ਟੂ ਵੋਲਟੇਜ ਵਟੇ ਰੈਜ਼ਿਸਟੈਂਸ। ਤਾਂ ਵੋਲਟੇਜ ਹੈਗੀ ਆ ਸਾਡੀ 50 ਤੇ ਰੈਜ਼ਿਸਟੈਂਸ ਹੈਗੀ ਆ ਸਾਡੀ 10। ਕਿੰਨਾ ਆ ਗਿਆ ਸਾਡੇ ਕੋਲੇ? 5 ਐਂਪੀਅਰ ਕਰੰਟ ਆ ਗਿਆ ਇੱਥੇ। ਠੀਕ ਹੈ। ਦੇਖੋ ਜੀ ਇਹ ਕਰੰਟ ਕਿੱਥੇ ਆਏਗਾ? ਇੱਥੇ ਆਏਗਾ 5 ਐਂਪੀਅਰ। ਚਾਹੇ ਇੱਥੇ ਕਹਿ ਲਓ, ਚਾਹੇ ਜਿਹੜਾ ਸਰਕਟ ਆਪਾਂ ਬਣਾਇਆ ਸੀਗਾ ਆਹ, ਚਾਹੇ ਸਰਕਟ ਕਿੱਥੋਂ ਨਿਕਲਿਆ 5 ਐਂਪੀਅਰ। ਕਿਸ ਸਾਈਡ ਤੋਂ ਕਰੰਟ ਐਂਟਰ ਕਰਦਾ ਹੁੰਦਾ? ਪੋਜ਼ਿਟਿਵ ਨਿਕਲਦਾ ਹੁੰਦਾ। ਤੇ ਐਂਟਰ ਏਦਾਂ ਜਾਂਦਾ ਐਂਟਰ ਕਿੱਧਰ ਦੀ ਕਰੇਗਾ? ਵਾਪਸ ਇੱਧਰ ਦੀ। ਇੱਥੇ ਵੀ ਕਿੰਨਾ ਕਰੰਟ ਹੈਗਾ? 5 ਐਂਪੀਅਰ ਸੀਰੀਜ਼ ਚ ਕਰੰਟ। ਇਹ ਟੋਟਲ ਜਿਹੜਾ ਸਰਕਟ ਹੈ ਸੀਰੀਜ਼ ਹੈਗਾ। ਇਸ ਸਰਕਟ ਦੇ ਵਿੱਚ ਇੱਥੇ ਕਰੰਟ ਵੰਡਿਆ ਜਾਏਗਾ ਰਾਜੇ। ਜਦੋਂ ਇਹ ਕਰੰਟ ਇੱਥੇ ਆਏਗਾ ਨਾ 5 ਇੱਥੇ, ਉਹ ਇੱਥੇ ਵੰਡਿਆ ਜਾਏਗਾ। ਇੱਥੇ ਕੁਝ ਹੋਰ ਹੋਏਗਾ, ਇੱਥੇ ਕੁਝ ਹੋਰ ਹੋਏਗਾ। ਇੱਧਰ ਰੈਜ਼ਿਸਟੈਂਸ ਵੱਧਦਾ ਕਿ ਇੱਧਰ ਕਰੰਟ ਘਟ ਜਾਏਗਾ, ਇੱਧਰ ਵੱਧ ਜਾਏਗਾ। ਪਰ ਇੱਥੇ ਜਾ ਕੇ ਫਿਰ ਇਕੱਠਾ ਹੋ ਜਾਏਗਾ 5 ਐਂਪੀਅਰ। ਓਕੇ ਜੀ, ਚਲੋ ਵਧੀਆ ਗੱਲ ਆ ਗਈ। ਤੁਹਾਨੂੰ ਮੈਂ ਕੁਐਸਚਨ ਦਿੰਦਾ ਹੈਗਾ, ਤੁਸੀਂ ਸਾਰਿਆਂ ਨੇ ਨਾ ਭੇਜਣਾ, ਉਹਦਾ ਵੈਲਿਊ ਕੱਢ ਕੇ ਦੱਸਣੀ ਹੈ ਵੀ ਕਿੰਨੀ ਆ। ਇੱਕ ਕੁਐਸਚਨ ਦੇਣ ਲੱਗਿਆ ਤੁਹਾਨੂੰ ਮੈਂ, ਉਹਦੀ ਵੈਲਿਊ ਕੱਢਣੀ ਹੈ ਤੁਸੀਂ। ਲਓ ਜੀ, ਇਹ ਸਰਕਟ ਆ ਤੁਹਾਡੇ ਸਾਹਮਣੇ। ਇਹਦਾ ਜਿਹੜਾ ਆਹ ਪੁਆਇੰਟ ਆ, ਜਿਹੜਾ ਇੱਕ ਰਹਿ ਗਿਆ ਆਹ ਪੁਆਇੰਟ, ਇਹ ਪੁਆਇੰਟ ਆ C ਪੁਆਇੰਟ। ਤੁਸੀਂ ਸਰਕਟ ਦੀ ਰੈਜ਼ਿਸਟੈਂਸ ਕੱਢਣੀ ਆ RAB। ਇਹਦੀ ਰੈਜ਼ਿਸਟੈਂਸ ਕੱਢਣੀ ਆ ਰਾਜੀ। ਇਹਨੂੰ ਡਾਇਗਰਾਮ ਨੂੰ ਬਣਾ ਲਓ ਪਹਿਲਾਂ ਸਾਰੇ ਜਾਣੇ। ਜੇ ਕਿਸੇ ਨੂੰ ਕੋਈ ਦਿੱਕਤ ਆ ਗਈ ਜਿੰਨਾ ਚਿਰ ਬਾਕੀ ਇਹਨੇ ਡਾਇਗਰਾਮ ਬਣਾ ਰਹੇ ਆ, ਤਾਂ ਬਾਕੀ ਪਲੀਜ਼ ਆਪਣੀ ਜਿਹੜਾ ਮਿਊਟ ਅਨਮਿਊਟ ਕਰਕੇ ਬੋਲ ਸਕਦਾ ਰਾਜੇ। ਜੇ ਕੋਈ ਪ੍ਰੋਬਲਮ ਹੈਗੀ ਹੈ ਕਿਸੇ ਨੂੰ, ਪੁੱਛੋ ਯਾਰ ਕੁਛ, ਜੇ ਕੁਛ ਪੁੱਛਣਾ ਹੈਗਾ। ਹਾਂਜੀ, ਪੁੱਛਣਾ ਕਿਸੇ ਨੇ ਕੁਛ? ਅਨਮਿਊਟ ਕਰਕੇ ਆਪਦੇ ਆਪ ਨੂੰ ਪੁੱਛ ਸਕਦਾ ਜੇ ਕਿਸੇ ਨੇ ਕੁਝ ਪੁੱਛਣਾ ਹੈਗਾ। ਬੋਲੋ ਜੀ, ਕੀ ਪੁੱਛਣਾ ਹੈ? ਸਰ ਜਿਹੜੇ ਉੱਪਰਲੇ 2 ਆ ਇਹ ਤਾਂ ਸੀਰੀਜ਼ ਚ ਨੇ, ਹੈ ਨਾ ਜੀ? ਕਿਹੜੇ ਰਾਜੇ? ਆਹ ਦਾ 1 ਮਿੰਟ, ਕਿਹੜੇ ਕਹਿ ਰਹੇ ਹੋਗੇ? ਆਹ ਇਹ ਵਾਲੇ 10 ਜੀ, ਤੇ ਆਹ 10? ਇਹ ਸਾਈਡ ਦੇ। ਹਾਂਜੀ ਹਾਂਜੀ। ਨਹੀਂ ਰਾਜੇ, ਗਲਤ ਹੈਗਾ ਰਾਜੇ, ਇਹ ਦੋਨੇ ਸੀਰੀਜ਼ ਚ ਨਹੀਂ ਹੈਗੇ। ਇਹ ਛੱਟੇ ਹੋਵਾਂਗੇ ਸਰ ਜੀ। ਠੀਕ ਹੈ ਜੀ। ਮੇਰੀ ਗੱਲ ਸੁਣੋ,
ਸੀਰੀ ਦੀ ਨਿਸ਼ਾਨੀ ਦੱਸੋ ਮੈਨੂੰ ਪਹਿਲਾਂ ਕੀ ਹੁੰਦੀ ਹੈ। 1 ਮਿੰਟ ਹੋਲਡ ਰੱਖਿਓ। ਸੀਰੀ ਦੀ ਨਿਸ਼ਾਨੀ ਦੱਸੋ ਰਾਜੇ ਕੀ ਹੁੰਦੀ ਹੈ, ਪਹਿਲਾਂ ਇਹ ਦੱਸੋ ਮੈਨੂੰ। ਕਰੰਟ ਡਿਵਾਈਡ ਨਾ ਹੁੰਦਾ ਹੋਵੇ, ਸੇਮ ਕਰੰਟ ਰਹਿੰਦਾ ਹੋਵੇ। ਵੈਰੀ ਗੁੱਡ। ਪਹਿਲੀ ਗੱਲ ਤਾਂ ਇਹ ਹੈ ਕਿ ਦੂਜੀ ਗੱਲ ਇੱਕ ਇਹ ਹੁੰਦੀ ਹੈਗੀ ਵੀ ਜਿੱਥੇ ਇੱਕ ਰੈਜ਼ਿਸਟੈਂਸ ਸਾਡਾ ਖਤਮ ਹੋ ਰਿਹਾ ਨਾ, ਆਹ ਪੁਆਇੰਟ ਇੱਥੇ ਦੂਜਾ ਜੁੜਿਆ ਹੋਣਾ ਚਾਹੀਦਾ ਹੈਗਾ। ਤੀਜਾ ਨਹੀਂ ਇੱਥੇ ਹੋਣਾ ਚਾਹੀਦਾ ਕੋਈ। ਤੀਜਾ ਵਾਲਿਆ ਕੰਮ ਕਰਿਆ ਹਨਾ, ਤੀਜਾ ਨਹੀਂ ਕੋਈ ਹੋਣਾ ਚਾਹੀਦਾ ਏਦਾਂ। ਤਾਂ ਜੇ ਧਿਆਨ ਨਾਲ ਦੇਖੋਗੇ ਤੁਸੀਂ, ਦੇਖੋ ਜੇ ਆਹ ਇੱਥੇ ਦੇਖੀਏ ਆਪਾਂ, ਇੱਥੇ ਤੁਸੀਂ ਇਹਨੂੰ ਕਹਿ ਰਹੇ ਹੋਗੇ ਤੇ ਪਲੱਸ ਇਹਨੂੰ ਕਹਿ ਰਹੇ ਹੋ ਕਿ ਇਹਨਾਂ ਦੋਨਾਂ ਦੇ ਵਿਚਕਾਰ ਤੀਜਾ ਹੈਗਾ ਕੋਈ ਕਿ ਨਹੀਂ ਹੈਗਾ। ਆਹ ਦੇਖੋ, ਆਹ ਤੀਜਾ ਬੈਠਾ ਆ ਥੱਲੇ ਹੈ ਜਿਹੜਾ ਹਨਾ। ਜੇ ਇਹ ਨਾ ਹੁੰਦਾ ਫਿਰ ਤੁਸੀਂ ਕਹਿ ਦਿੰਦੇ, ਤਾਂ ਇਹਦਾ ਮਤਲਬ ਇਹ ਦੋਨੇ ਸੀਰੀਜ਼ 'ਚ ਨਹੀਂ ਹੈਗੇ। ਪਤਾ ਲੱਗ ਗਿਆ ਜੀ? ਠੀਕ ਹੈ। ਹਾਂਜੀ ਸੀਰੀਜ਼ 'ਚ ਕਿਹੜੇ ਨੇ ਦੇਖੋ। 2 ਸੀਰੀਜ਼ 10 ਤੇ 10 ਆ ਸੀਰੀਜ਼ 'ਚ ਹੋ ਗਏ ਜਿਹੜੇ ਇਹ ਤੋਂ ਅੱਗੇ ਇਹਦਾ ਆਪਾਂ ਇੱਕ ਕੰਮ ਕਰਦੇ ਹਾਂ ਕਿ ਤੁਹਾਨੂੰ ਸੌਖਾ ਕਰਨ ਵਾਸਤੇ ਜਿਹੜੇ ਨਾਂ ਦੇ ਦਿੰਦੇ ਹੈਗੇ ਆਪਾਂ। ਇਹਦਾ ਨਾਂ ਹੈਗਾ A, ਇਹਦਾ ਨਾਂ ਹੈਗਾ B, ਇਹਦਾ ਨਾਂ ਹੈਗਾ C, ਇਹਦਾ ਨਾਂ ਹੈਗਾ D, E, F, G। ਸੀ ਤੇ ਡੀ ਸੀਰੀਜ਼ ਤੇ ਹੋ ਗਈ। C ਤੇ D ਸੀਰੀਜ਼ 'ਚ ਹੋ ਗਏ। ਹਾਂ ਰਾਜੇ, ਬਾਕੀ ਦੇਖੋ C ਤੇ D ਕੀ C ਤੇ D ਸੀਰੀਜ਼ 'ਚ ਹੈਗੇ ਨੇਗੇ। ਆਹ C ਸਿੱਧਾ ਜੁੜਿਆ ਹੋਇਆ D ਨਾਲ, ਹੈਗੇ ਆ ਨਾ? ਹਾਂਜੀ ਸਰ, ਠੀਕ ਹੈ, ਕਹਿ ਸਕਦੇ ਆ ਰਾਜੇ। ਠੀਕ ਆ। ਤਾਂ C ਤੇ D ਨੂੰ ਆਪਾਂ C ਤੇ D ਆ ਜਿਹੜੇ C ਐਂਡ D ਇਹ ਸੀਰੀਜ਼ 'ਚ ਨੇਗੇ। ਇਹਨਾਂ ਨੂੰ 10 + 10 ਜੋ ਜੋੜਾਂਗੇ ਆਪਣਾ ਕਿੰਨਾ ਬਣ ਜੂਗਾ? ਇਹ 20 ਤਾਂ ਆਪਾਂ ਇੱਕ ਨਵੀਂ ਡਾਇਗਰਾਮ ਨਾਲ ਦੀ ਨਾਲ ਇਹਦੇ ਬਣਾਉਣਾ ਸ਼ੁਰੂ ਕਰਦੇ। ਜਿੰਨਾ ਕੁ ਸੋਲਵ ਹੋਈ ਜਾਂਦਾ ਨਾ, ਹਮੇਸ਼ਾ ਉਹ ਲਿਖਣ ਦੀ ਕੋਸ਼ਿਸ਼ ਕਰਿਆ ਕਰੋ। ਠੀਕ ਹੈ। ਇਹਨੂੰ ਆਪਾਂ ਇੰਨੇ ਨੂੰ ਸੋਲਵ, ਆ ਜਿਹੜਾ 10 ਆ A ਆ, ਜਿਹੜਾ A ਨੂੰ ਤਾਂ ਹਜੇ ਸੋਲਵ ਹੋਇਆ ਨਹੀਂ ਹੈਗਾ ਨਾ। ਇਹ ਤਾਂ ਨਹੀਂ ਸਰ, ਹੋਇਆ ਨਹੀਂ ਹੈਗਾ ਹਜੇ। ਇਹਨੂੰ ਤਾਂ ਏਦਾਂ ਹੀ ਰੱਖਣਾ ਪਊਗਾ। ਜਿਹੜਾ ਹੇਠਾਂ ਵਾਲਾ ਜਿਹੜਾ B ਆ, ਇਹ ਵੀ ਨਹੀਂ ਸੋਲਵ ਹੋਇਆ ਹਜੇ। G ਵੀ ਨਹੀਂ ਸੋਲਵ ਹੋਇਆ, E ਵੀ ਨਹੀਂ ਸੋਲਵ ਹੋਇਆ। ਸਿਰਫ 2 ਸੋਲਵ ਹੋਇਆ, C ਤੇ D। ਉਹਨਾਂ ਦਾ ਕਿੰਨਾ ਆਨਸਰ ਆਏਗਾ? 20। B ਤੇ C ਸੀਰੀਜ਼ 'ਚ ਆ ਜਾਣਗੇ ਜੀ। B ਤੇ E ਜੀ, B ਤੇ E ਜੀ। 1 ਮਿੰਟ ਰਾਜੇ, ਕਿਹੜੇ ਕਹਿ ਰਹੇ ਹੋਗੇ ਹੁਣ ਤੁਸੀਂ? B ਐਂਡ E ਜੀ। B ਐਂਡ E। ਹਾਂਜੀ, ਇਹਨਾਂ ਦੇ ਵਿਚਾਲੇ D ਤੇ E ਕਹਿ ਰਿਹਾ ਜੀ, ਨਹੀਂ ਆਉਂਦੇ ਪਰ D ਤੇ E ਤਾਂ ਨਹੀਂ ਦੇਖੋ ਆ ਸਕਦੇ। ਦੇਖੋ D ਹੈ ਜਿਹੜਾ, D ਨਹੀਂ ਜੀ, B ਤੇ E ਜੀ। B ਤੇ E। ਹਾਂਜੀ ਦੇਖੋ ਰਾਜੇ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਵੈਸੇ ਚਲੋ, ਵੈਸੇ ਪੁੱਛ ਰਿਹਾ ਮੈਂ ਵੀ B ਤੇ E ਦੇ ਵਿਚਕਾਰ ਆਹ ਜੁੜਿਆ ਨਹੀਂ ਹੋਇਆ? ਆਹ ਨਹੀਂ ਸਰ, ਇਧਰ ਕਰੰਟ ਤਾਂ ਨਹੀਂ। ਆਪਾਂ B ਦੇ ਪੁਆਇੰਟ A ਤੋਂ B ਤੋਂ ਦੇਖ ਰਹੇ ਨਹੀਂ। ਵੈਰੀ ਗੁੱਡ। ਆਪਣਾ ਨਾਮ ਬੋਲ ਦਿਓ ਰਾਜੇ ਮਾੜਾ ਜਿਹਾ ਇੱਕ ਵਾਰੀ। ਸੁਨੀਲ ਕੁਮਾਰੀ। ਸੁਨੀਲ ਆ, ਠੀਕ ਹੈ ਸੁਨੀਲ ਜੀ। ਜੇ ਆਹ ਰਾਜੇ ਇੱਧਰ ਆਪਣਾ ਕਰੰਟ ਨਹੀਂ ਜਾ ਰਿਹਾ ਹੈਗਾ, ਤਾਂ ਇਹ ਆਪਣਾ ਰੈਜ਼ਿਸਟੈਂਸ ਲੱਗਿਆ ਨਾਪ ਲੱਗਿਆ 1 ਬਰਾਬਰ ਆ। ਜਿਹੜਾ ਰੈਜ਼ਿਸਟੈਂਸ ਨਹੀਂ ਹੈਗਾ ਆਪਣੇ ਕੋਲੇ, ਆਹ ਇਹ ਲੱਗਿਆ ਨਾਲ 1 ਬਰਾਬਰ, ਇਹਨੂੰ ਅਸੀਂ ਇੱਥੋਂ ਰਿਮੂਵ ਕਰ ਸਕਦੇ ਹਾਂ ਜੀ ਇੱਥੋਂ। ਠੀਕ ਹੈ ਰਾਜੇ, ਵੈਰੀ ਗੁੱਡ ਯਾਰ। ਤੇ ਇਹ ਸਾਡੇ ਕੋਲੇ ਹੁਣ ਜਿਹੜਾ ਸਾਡੇ ਕੋਲੇ ਆ ਗਿਆ, ਹੁਣ ਸਾਨੂੰ ਪਤਾ ਲੱਗ ਗਿਆ ਜਿਹੜੇ ਆ 2 ਨੇਗੇ, ਇਹ ਦੋਨੇ ਆਪਸ ਚ ਕੀ ਨੇ। ਆ ਜਿਹੜਾ ਪਾ ਲਗਾਇਆ ਸੀ ਆਪਾਂ ਇੱਥੋਂ ਰਿਮੂਵ ਕਰ ਸਕਦੇ ਹਾਂ। ਤਾਂ ਜਿਹੜੇ ਆ 2 ਰਹਿ ਗਏ, ਜਿਹੜੇ ਆਹ 2 ਰਹਿ ਗਏ, ਆਹ 2, ਇਹਨਾਂ ਦਾ ਕਿੰਨਾ ਆ ਗਿਆ ਆਪਸ ਦੇ ਵਿੱਚ ਕਰਕੇ? 10 + 10 ਕਰਕੇ ਕਿੰਨਾ ਆ ਗਿਆ? 20 ਫੇਰ ਆ ਗਈ। 20। ਵੈਰੀ ਗੁੱਡ ਜੀ। ਇਹ ਆਪਣਾ 20 ਆ ਗਿਆ। ਤਾਂ ਪਹਿਲਾਂ ਹੈ ਜੀ 30 ਓਮ ਆ ਰਹੀ ਸਰ, 30 ਓਮ ਆਉ। ਵੈਰੀ ਗੁੱਡ ਜੀ, ਬਿਲਕੁਲ ਜੀ। ਇੱਥੇ ਆਪਣਾ ਆ ਗਿਆ 20। ਤਾਂ ਹੁਣ ਇਸ ਤੋਂ ਬਾਅਦ ਆਹ ਦੋਨੇ, ਆਹ ਤੇ ਆਹ, ਇਹ ਆਪਸ ਚ ਕਿਵੇਂ ਨੇਗੇ? ਪੈਰਲਲ ਚ ਹੋ ਗਈ। ਹਾਂ, ਪੈਰਲਲ ਚ ਨੇਗੇ। ਠੀਕ ਆ। ਚਾਹੇ ਆਪਾਂ ਇਹਦੇ ਵਿੱਚ ਚੇਂਜ ਕਰ ਲਓ, ਆਹ ਪੂਰੇ ਸਰਕਟ ਦੇ ਵਿੱਚ ਵੀ ਸਾਡੇ ਕੋਲੇ ਆਹ ਪੂਰੇ ਸਰਕਟ ਦੀ ਰੈਜ਼ਿਸਟੈਂਸ ਵੀ 10 ਆ ਗਈ, ਉੱਪਰਲੇ ਸਰਕਟ ਦੀ ਰੈਜ਼ਿਸਟੈਂਸ। ਚਲੋ ਮੈਂ ਦੁਬਾਰੇ ਬਣਾ ਲੈਣਾਗਾ। ਇਸ ਪੂਰੇ ਸਰਕਟ ਦੀ ਰੈਜ਼ਿਸਟੈਂਸ 10 ਬਣ ਗਈ ਸੀਗੀ। ਇਸ ਪੂਰੇ ਸਰਕਟ ਦੀ ਰੈਜ਼ਿਸਟੈਂਸ 10 ਬਣ ਗਈ ਸੀਗੀ। ਆਹ ਇੱਥੇ ਇੱਕ 10, ਸੌਰੀ ਆ ਨਹੀਂ ਹੈਗਾ ਹਨਾ, 1 ਰਹਿ ਗਿਆ ਸੀਗਾ। ਆਹ ਅਗਲਾ 10 ਰਹਿ ਗਿਆ ਸੀਗਾ। ਆਹ ਉਹ 10 ਸੀ ਜਿਹੜਾ 2 ਨੂੰ ਜੋੜ ਕੇ ਆਇਆ ਸੀਗਾ। ਤੀਜਾ 10 ਸੀਗਾ ਜਿਹੜਾ ਸਾਡਾ ਲਾਸਟ ਦੇ ਵਿੱਚ ਸੀਗਾ B ਪੁਆਇੰਟ ਤੇ। ਜਿਹੜੇ 3 ਸੀਗੇ ਹੁਣ ਕਿਵੇਂ ਹੋ ਗਏ? ਸੀਰੀਜ਼ ਦੇ ਵਿੱਚ ਹੋ ਗਏ ਨਾ। ਜਿਹੜਾ ਮੇਨ ਆਪਣਾ ਸਰਕਟ ਸੀਗਾ ਉਹ ਤੁਸੀਂ ਚੈੱਕ ਕਰ ਲਿਓ। ਤਾਂ ਤਿੰਨਾਂ ਨੂੰ ਆਪਾਂ ਜਦੋਂ ਜੋੜਾਂਗੇ ਤਾਂ ਸਾਡੇ ਕੋਲੇ ਟੋਟਲ ਕਿੰਨਾ ਆ ਜਾਊਗਾ? 30 ਓਮ। 30 ਓਮ ਆ ਜਾਊਗਾ ਰਾਜੇ। ਦੱਸੋ ਬੱਚੇ ਜੇ ਕਿਸੇ ਨੂੰ ਪ੍ਰੋਬਲਮ ਆ ਕੋਈ? ਓਕੇ ਸਰ।
ਤਾਂ ਡਾਇਗਰਾਮ ਸੀਗੀ ਨਾ ਸਾਡੀ ਜਿਹੜੀ ਆਹ ਸੀਗੀ, ਇਹਦੇ ਵਿੱਚ ਇਹਦਾ ਟੋਟਲ ਜਿਹੜਾ ਇਹਦੇ ਵਿੱਚ ਕੁਝ ਪੁੱਛਣਾ ਰਾਜੇ ਪੁੱਛੋ, ਆਪਣੇ ਆਪ ਨੂੰ ਅਨਮਿਊਟ ਕਰੋ ਤੇ ਪੁੱਛੋ। ਓਕੇ ਸਰ, ਮੇਰੇ ਵੱਲੋਂ ਤਾਂ ਓਕੇ ਹੈ ਜੀ। ਹਾਂਜੀ। ਇਹ 'ਚ ਸਾਨੂੰ ਇਸ ਕੁਐਸਚਨ ਦੇ ਵਿੱਚ ਸਾਨੂੰ ਸਿੱਖਣ ਲਾਇਕ ਗੱਲ ਕੀ ਬਣੀ, ਕੀ ਮਿਲੀ ਰਾਜੇ, ਨੋਟ ਕੀ ਹੈ ਇਸ ਕੁਐਸਚਨ ਦਾ? ਇਸ ਕੁਐਸਚਨ ਦੇ ਵਿੱਚ ਮੇਨ ਸਾਡਾ ਸੀਗਾ ਪਾਰਟ ਜਿਹੜਾ ਅਸੀਂ ਆਹ ਸਿੱਖਿਆ ਹੈਗਾ, ਜਿਹੜਾ ਆਹ ਸਿੱਖਿਆ ਸੀ ਵੀ ਜਿੱਧਰਲੇ ਪਾਸੇ ਨੂੰ ਦੇਖੋ, ਦੇਖੋ ਰਾਜੇ ਹਰੇਕ ਸਰਕ ਆਹ ਸੀਗਾ ਆਪਣਾ ਸੀ ਪੁਆਇੰਟ ਨਾ ਇੱਥੇ, ਤਾਂ ਹਮੇਸ਼ਾ ਆਪਾਂ ਸਭ ਤੋਂ ਪਹਿਲਾਂ ਇਹ ਦੇਖਣਾ ਵੀ ਆਰ ਏ ਬੀ ਪੁੱਛਿਆ ਉਹਨੇ, ਆਰ ਏ ਬੀ ਦੀ ਜਿਹੜੀ ਰੈਜ਼ਿਸਟੈਂਸ ਆਊਗੀ ਉਹ ਹੋਰ ਹੋਊ, ਤੇ ਆਰ ਜੇ ਆਪਾਂ ਨੂੰ ਆਰ ਏ ਸੀ ਪੁੱਛਿਆ ਹੁੰਦਾ ਹਨਾ, ਫਿਰ ਹਾਂਜੀ ਸਾਡੀ ਆਹ ਖਤਮ ਹੋ ਜਾਣੀ ਸੀਗੀ। ਤਾਂ ਜੇ ਆਪਾਂ ਠੀਕ ਨੂੰ ਹੈ ਸਰ। ਆਰ ਏ ਸੀ ਪੁੱਛਿਆ ਹੁੰਦਾ ਉਹਦਾ ਆਨਸਰ ਕੁਝ ਹੋਰ ਆਉਣਾ ਸੀਗਾ, ਆਰ ਏ ਬੀ ਦਾ ਆਨਸਰ ਕੁਝ ਹੋਰ ਆ, ਆਰ ਏ ਸੀ ਦਾ ਆਨਸਰ ਕੁਝ ਹੋਰ ਆਉਣਾ ਸੀਗਾ। ਕਲੀਅਰ ਹੋ ਗਈ ਜੀ। ਜੇ ਆਪਾਂ ਸੀ ਤੇ ਬੀ ਨੂੰ ਦੇਖਦੇ ਇੱਥੇ, ਫਿਰ ਆਹ ਓਪਨ ਹੁੰਦਾ ਤਾਂ ਆਰ ਬੀ ਸੀ ਦਾ ਆਨਸਰ ਕੁਝ ਹੋਰ ਆਉਣਾ ਸੀਗਾ। ਤਾਂ ਠੀਕ ਹੈ ਸਰ। ਸਰਕਟ ਦੇ ਵਿੱਚ, ਕਿਸੇ ਵੀ ਇੱਕ ਸਰਕਟ ਦੇ ਵਿੱਚ ਹਰ ਖੂੰਜੇ ਦੇ ਵਿੱਚ ਜੇ ਆਪਾਂ ਦੇਖਾਂਗੇ ਤਾਂ ਹਰ ਖੂੰਜੇ ਦੇ ਵਿੱਚ ਜਿਹੜਾ ਉਹਦੀ ਰੈਜ਼ਿਸਟੈਂਸ ਉਹ ਅੱਡ ਅੱਡ ਆਊਗੀ। ਅਸੀਂ ਦੇਖਣਾ ਕੀ ਹੈਗਾ ਵੀ ਸਾਨੂੰ ਪੁੱਛਿਆ ਕੀ ਹੋਇਆ, ਆਰ ਏ ਬੀ ਪੁੱਛਿਆ ਹੋਇਆਗਾ, ਆਰ ਬੀ ਸੀ ਪੁੱਛਿਆ ਹੋਇਆਗਾ, ਕਿ ਆਰ ਜਿਹੜਾ ਆਪਾਂ ਨੂੰ ਏ ਸੀ ਪੁੱਛਿਆ ਹੋਇਆਗਾ। ਓਕੇ ਜੀ। ਓਕੇ ਸਰ। ਇੱਕ ਚੀਜ਼ ਤਾਂ ਇਹ ਸਿੱਖੀ ਆਪਾਂ ਵੀ ਜਿੱਧਰਲੇ ਪਾਸੇ ਓਪਨ ਹੁੰਦਾ ਉਹ ਰੈਜ਼ਿਸਟੈਂਸ ਨੂੰ ਆਪਾਂ ਲੈਂਦੇ ਹੀ ਨਹੀਂ ਹੈਗੇ। ਇੱਕ ਚੀਜ਼ ਇੱਥੇ ਆਪਾਂ ਹੋਰ ਸਿੱਖਣੀ ਹੈਗੀ, ਉਹ ਦੇਖੋ ਕੀ ਹੈਗੀ। ਇੱਕ ਅਗਲਾ ਕੁਐਸਚਨ ਕਰਵਾਉਣਾ ਮੈਂ, ਉਹਦੇ ਵਿੱਚ ਪਤਾ ਲੱਗ ਜਾਏਗੀ ਜੀ। ਦੇਖੋ ਆਹ ਸਰਕਟ ਹੈ ਸਾਡਾ, ਮੈਂ ਇਹਨਾਂ ਦੇ ਨਾਂ ਵੀ ਲਿਖਦਾ ਨਾਲ ਦੀ ਨਾਲ, ਇੱਕ ਮਿੰਟ ਖੈਰੋ ਦਿਖ ਰਹੇ ਆ ਕਲੀਅਰ ਕੀ ਕੀ ਨਾਂ ਦਿੱਤੇ ਹੈਗੇ? ਹਾਂਜੀ ਸਰ। ਹਾਂਜੀ ਲਓ ਜੀ, ਦੇਖੋ ਇਹ ਟੋਟਲ ਸਰਕਟ ਦੀ ਰੈਜ਼ਿਸਟੈਂਸ ਦੇਖੋ ਕਿੰਨੀ ਆਏਗੀ। ਕਟਵਾ ਦੋ ਤੁਰੰਤ ਬਸ। ਆਹ ਠੀਕ ਕਿੰਨਾ ਹੋਏਗਾ ਦੇਖੋ ਜੀ। ਕਰ ਲਓ ਕੈਲਕੂਲੇਟ। ਚਲੋ ਇੱਕ ਕੰਮ ਕਰੋ, ਮੈਨੂੰ ਏਦਾਂ ਹੀ ਦੱਸੋ ਰਾਜੇ ਕਿ ਕਿਹੜਾ ਕਿਹਦੇ ਸੀਰੀਜ਼ ਚ, ਕਿਹੜਾ ਕਿਹਦੇ ਪੈਰਲਲ ਚ, ਪਤਾ ਲੱਗ ਸਕਦਾ ਹੈਗਾ? ਦੱਸੋ ਜੀ, ਅਨਮਿਊਟ ਕਰ ਲਓ ਤੇ ਦੱਸੋ। ਡਾਇਗਰਾਮ ਬਣਾ ਲਓ ਆਪਦੀਆਂ ਕਾਪੀਆਂ ਤੇ। ਡਾਇਗਰਾਮ ਬਣਾ ਲਓ ਤੇ ਦੱਸੋ ਕਿਹੜਾ ਕਿਹਦੇ ਸੀਰੀਜ਼ ਚ, ਕਿਹੜਾ ਕਿਹਦੇ ਪੈਰਲਲ ਚ। ਸੀਰੀਜ਼ ਦੇ ਵਿੱਚ ਹੈ ਜੀ। ਏ ਤੇ ਬੀ ਸੀਰੀਜ਼ ਚ ਹੈ ਜੀ। ਹਾਂਜੀ ਏ ਤੇ ਬੀ ਸੀਰੀਜ਼ ਚ ਆ ਗਈ। ਆ ਗਈ ਸੀ। ਇਹ ਸਭ ਤੋਂ ਵੱਡੀ ਗੱਲ ਤਾਂ ਰਾਜੇ, ਮੈਂ ਤੁਹਾਨੂੰ ਇੱਕ ਗਲਤੀ ਕਰ ਰਿਹਾ ਇੱਥੇ, ਮੈਂ ਤੁਹਾਨੂੰ ਪੁੱਛ ਨਹੀਂ ਰਿਹਾ ਵੀ ਇਹ ਰੈਜ਼ਿਸਟੈਂਸ ਕੱਢਣੀ ਕਿੱਥੇ ਹੈਗੀ, ਆਰ ਏ ਬੀ ਦੇ ਕ੍ਰਾਸ ਕੱਢਣੀ ਹੈ। ਪੁੱਛਿਆ ਨਹੀਂ ਸੀਗਾ, ਇਹ ਪੁੱਛਣਾ ਬਹੁਤ ਜ਼ਰੂਰੀ ਹੈਗਾ। ਠੀਕ ਹੈ। ਮੰਨ ਲਓ ਇੱਥੇ ਸੀ ਪੁਆਇੰਟ ਹੁੰਦਾ, ਇੱਥੇ ਡੀ ਪੁਆਇੰਟ ਹੁੰਦਾ, ਇੱਥੇ ਈ ਪੁਆਇੰਟ ਹੁੰਦਾ, ਤਾਂ ਸਾਰੇ ਜਗ੍ਹਾ ਦੇ ਉੱਪਰ ਆਪਣੀ ਜਿਹੜੀ ਹੈਗੀ ਉਹ ਰੈਜ਼ਿਸਟੈਂਸ ਅਲੱਗ-ਅਲੱਗ ਆਉਣੀ ਸੀਗੀ। ਤਾਂ ਆਹ ਚੀਜ਼ ਪੁੱਛਣੀ ਜਿਹੜੀ ਉਹ ਬਹੁਤ ਜ਼ਰੂਰੀ ਹੈਗੀ। ਹਾਂਜੀ ਏ ਤੇ ਬੀ ਸੀਰੀਜ਼ ਚ ਹੈ ਜੀ। ਏ ਤੇ ਬੀ ਸੀਰੀਜ਼ ਚ ਹੈਗੇ, ਚਲੋ ਇਹ ਤਾਂ ਹੈਗਾ ਠੀਕ ਆ। ਮੈਨੂੰ ਜਿਹੜੀ ਗੱਲ, ਇੱਕ ਗੱਲ ਮੈਂ ਪੁੱਛ ਰਿਹਾ ਤੁਹਾਨੂੰ ਰਾਜੇ, ਮੈਨੂੰ ਇਹ ਦੱਸੋ ਕਿ ਜੀ ਤੇ ਐਫ ਇਹ ਸੀਰੀਜ਼ ਚ ਨੇਗੇ ਕਿ ਕਿਵੇਂ ਨੇ? ਸੀਰੀਜ਼ ਚ ਹੈਗੇ ਨੇ ਕਿ ਨਹੀਂ ਹੈਗੇ? ਇਹ ਸਰ ਜੀ ਤੇ ਐਫ।
ਹਾਂਜੀ ਸਰ ਸੀਰੀਜ਼ ਚ ਨੇ ਜੀ ਇਹ। ਸੀਰੀਜ਼ ਦੇ ਵਿੱਚ ਜੀ। ਹੈਗੇ ਨੇ ਜੀ। ਬਾਕੀ ਕੋਈ ਹੋਰ ਰਾਜੇ? ਜੇ ਕੋਈ ਬਾਹਲਾ ਪੜਾਵਾ ਬੈਠਾ ਜਿਹਨੇ ਆਲਰੇਡੀ ਕੁਝ ਪੜਿਆ ਹੋਇਆਗਾ ਉਹ ਨਾ ਦੱਸਿਓ, ਜਿਹੜੇ ਨਵੇਂ ਬੱਚੇ ਹੈਗੇ ਉਹਨਾਂ ਨੂੰ ਮੌਕਾ ਦੇ ਦਿਓ ਅੱਜ। ਤੁਹਾਡੇ ਤੋਂ ਵੀ ਪੁੱਛ ਲਾਂਗੇ ਜਿੱਦੇ ਪੁੱਛਣਾ ਹੋਇਆ। ਜੀ ਤੇ ਐਫ ਦੱਸੋ ਰਾਜੇ ਮੈਨੂੰ, ਹੈਗੇ ਸੀਰੀਜ਼ ਚ ਕਿ ਨਹੀਂ ਹੈਗੇ? ਨਹੀਂ ਸਰ। ਕਾਰਨ ਰਾਜੇ, ਕਾਰਨ ਕੀ ਹੈਗਾ? ਸਰ ਇਹ ਬੀ ਨੋਡ ਹੈ ਨਾ, ਏ ਤੇ ਬੀ ਅਲੱਗ ਹੈ, ਸੀ ਬੀ ਤੇ ਸੀ ਅਲੱਗ ਹੈ, ਨੋਡ ਵਿੱਚ ਬ੍ਰਾਂਚ ਬਣ ਰਹੀ ਹੈ ਅਲੱਗ ਤੋਂ। ਠੀਕ ਹੈ ਰਾਜੇ, ਇਸ ਚਲੋ ਲਈ ਹੋਰ ਕੋਈ ਬੱਚੇ ਇਸ ਤੋਂ ਬਿਨਾਂ? ਇਹਨੂੰ ਸੌਖਾ ਤਰੀਕੇ ਨਾਲ ਮੈਂ ਸਮਝਾ ਦਿੰਦਾ ਤੁਹਾਨੂੰ। ਦੇਖੋ ਬੱਚੇ, ਇਹਦਾ ਕੀ ਕਾਰਨ ਹੈਗਾ। ਇੱਕ ਗੱਲ ਯਾਦ ਰੱਖਣੀ ਹੈਗੀ, ਜਿਹੜੇ ਪੁਆਇੰਟ ਦੇ ਵਿੱਚ ਤੁਹਾਨੂੰ ਰੈਜ਼ਿਸਟੈਂਸ ਪੁੱਛੀ ਹੋਵੇ ਰਾਜੇ, ਜਿਵੇਂ ਏ ਤੇ ਬੀ ਕਿਹਾ ਨਾ ਤੁਹਾਨੂੰ, ਹਾਂਜੀ ਸਰ। ਇੱਥੇ ਏ ਤੇ ਬੀ ਵਾਲੇ ਜਿਹੜਾ ਰੈਜ਼ਿਸਟੈਂਸ ਜਿਹੜਾ ਕਨੈਕਟ ਹੋਇਆ ਏ ਤੇ ਬੀ ਦੇ ਵਿਚਕਾਰ, ਕਿਹੜਾ ਰੈਜ਼ਿਸਟੈਂਸ ਕਨੈਕਟ ਹੋਇਆ ਸਾਡਾ ਆਹ, ਹਾਂਜੀ ਇਹਨੂੰ ਸਭ ਤੋਂ ਲਾਸਟ ਦੇ ਵਿੱਚ ਸੋਲਵ ਕਰਨਾ ਹੈ, ਯਾਦ ਰੱਖਿਓ। ਇਹਦਾ ਕਾਰਨ ਠੀਕ ਕੀ ਹੈ ਹੈ ਮੈਂ ਸਰ। ਤੁਹਾਨੂੰ ਦੱਸਦਾਗਾ। ਵੀ ਜਦੋਂ ਕਰੇ ਵੀ ਸਾਨੂੰ ਉਹ ਰੈਜ਼ਿਸਟੈਂਸ ਪੁੱਛਦਾ ਨਾ, ਜਿਹੜੇ ਦੋ ਪੁਆਇੰਟ ਦੇ ਵਿੱਚ ਸਾਤੋਂ ਰੈਜ਼ਿਸਟੈਂਸ ਪੁੱਛਦਾ ਹੁੰਦਾ ਨਾ ਆਰ ਏ ਬੀ, ਉੱਥੇ ਆਪਣੇ ਵੱਲੋਂ ਇੱਕ ਵੋਲਟੇਜ ਸੋਰਸ ਹੈ ਨਾ ਆਪਣੇ ਵੱਲੋਂ, ਉਹ ਲਗਾ ਲਿਆ ਕਰੋ। ਮੈਂ ਮੰਨ ਲਓ ਇੱਥੇ ਇੱਕ ਵੋਲਟੇਜ ਸੋਰਸ ਲਗਾਉਣਾ ਰਾਜੇ। ਲਓ ਕਿੱਥੇ ਪੁੱਛਿਆ ਉਹਨੇ, ਏ ਤੇ ਬੀ ਦੇ ਵਿਚਕਾਰ ਪੁੱਛਿਆ ਨਾ, ਤਾਂ ਮੇਰਾ ਵੋਲਟੇਜ ਸੋਰਸ ਲੱਗੂਗਾ ਏ ਤੇ ਬੀ ਦੇ ਵਿਚਕਾਰ। ਹੁਣ ਦੇਖੋ ਰਾਜੇ, ਹੁਣ ਤਾਂ ਆਪਾਂ ਨੂੰ ਸਾਫ਼ ਦਿਖ ਰਿਹਾ ਹੈਗਾ ਜਿਹੜੀ ਗੱਲ ਉਹ ਕਰ ਰਹੇ ਸੀ ਵੀ ਆ ਇੱਕ ਨੋਡ ਬਣ ਗਈ, ਜਾਂ ਫਿਰ ਐਂ ਕਹਿ ਲਓ ਵੀ ਇੱਥੇ ਤੋਂ ਕਰੰਟ ਆਊਗਾ, ਇੱਥੋਂ ਆਲੇ ਦੁਆਲੇ ਵੰਡ ਕੇ ਆਊਗਾ। ਜੇ ਮੰਨ ਲਓ ਆਹ ਪੋਜ਼ਿਟਿਵ ਟਰਮੀਨਲ ਹੁੰਦਾ, ਜੇ ਇੱਥੋਂ ਕਰੰਟ ਜਾਂਦਾ, ਕੁਛ ਕਰੰਟ ਇੱਧਰ ਜਾਣਾ ਸੀ, ਕੁਛ ਇੱਧਰ ਜਾਣਾ ਸੀਗਾ। ਦੋਨਾਂ ਦੇ ਵਿੱਚ, ਤਿੰਨ ਦੇ ਵਿੱਚ ਤੇ ਆਹ ਤਿੰਨ ਦੇ ਵਿੱਚ ਕਰੰਟ ਸੇਮ ਨਹੀਂ ਹੈਗਾ। ਤਾਂ ਕਰਕੇ ਆਪਾਂ ਹਰ ਕਿਸੇ ਨਹੀਂ ਕਹਿ ਸਕਦੇ ਹੈਗੇ ਵੀ ਇਹ ਜਿਹੜੇ ਸਾਡੇ ਉਹ ਨੇਗੇ ਆਪਸ ਦੇ ਵਿੱਚ ਤਿੰਨ ਤੇ ਤਿੰਨ, ਜੀ ਤੇ ਐਫ ਆਪਸ ਦੇ ਵਿੱਚ ਸੀਰੀਜ਼ ਚ ਨੇ। ਇਹ ਆਪਾਂ ਬਿਲਕੁਲ ਨਹੀਂ ਕਹਿ ਸਕਦੇ ਹੈਗੇ। ਕਲੀਅਰ ਹੋ ਗਈ ਰਾਜੀ ਗੱਲ ਇਹ? ਯੈਸ ਸਰ। ਤਾਂ ਹਮੇਸ਼ਾ ਜਿੱਥੇ ਵੀ ਸਾਡੇ ਕੋਲੇ, ਤਾਂ ਦੂਜਾ ਪੁਆਇੰਟ ਅਸੀਂ ਇਹ, ਜਾਂ ਪਹਿਲਾ ਪੁਆਇੰਟ ਅਸੀਂ ਕੀ ਕੀਤਾ, ਓਪਨ ਸਰਕਟ ਦੇ ਵਿੱਚ ਕਰੰਟ ਨਹੀਂ ਜਾਂਦਾ, ਉਹਦੀ ਰੈਜ਼ਿਸਟੈਂਸ ਅਸੀਂ ਮੰਨਣੀ ਨਹੀਂ ਹੈਗੀ। ਦੂਜਾ ਕੀ, ਵੀ ਜਿੱਥੇ ਸਾਨੂੰ ਉਹਨੇ ਪੁੱਛਿਆ ਗਾ ਜਿਹੜੇ ਪੁਆਇੰਟ ਦੇ ਵਿੱਚ, ਉਹਨਾਂ ਪੁਆਇੰਟਸ ਨੂੰ ਬਿਲਕੁਲ ਲਾਸਟ ਦੇ ਵਿੱਚ ਸੋਲਵ ਕਰਨਾ ਗਾ। ਓਕੇ ਜੀ, ਠੀਕ ਹੈ। ਠੀਕ ਹੈ ਰਾਜੀ। ਤੈਨੂੰ ਸੋਲਵ ਕਰਨਾ ਸ਼ੁਰੂ ਕਰੀਏ ਫਿਰ ਆਪਾਂ? ਹਾਂਜੀ ਸਰ। ਚਲੋ, ਤਾਂ ਸਭ ਤੋਂ ਪਹਿਲਾਂ ਕੀ ਕਰੀਦਾ ਹੁੰਦਾ ਹੈ, ਜਦੋਂ ਤੁਹਾਨੂੰ ਅਸੀਂ ਵੋਲਟੇਜ ਸੋਰਸ ਜਦੋਂ ਆਪਾਂ ਮੰਨ ਲੈਂਦੇ ਹੁੰਦੇ ਆਗੇ, ਸਭ ਤੋਂ ਪਹਿਲਾਂ ਜਾਈਦਾ ਹੁੰਦਾ ਹੈਗਾ ਪੁੱਠੇ ਪਾਸੇ। ਇਹ ਵੋਲਟੇਜ ਸੋਰਸ ਦੇ ਬਿਲਕੁਲ ਪੁੱਠੇ ਪਾਸੇ, ਇਧਰਲੇ ਪਾਸੇ, ਇਧਰਲੇ ਏਰੀਏ ਚ, ਏਰੀਏ ਜਾਓ। ਇਸ ਏਰੀਏ ਸਾਨੂੰ ਸਾਫ਼ ਪਤਾ ਲੱਗ ਰਿਹਾ ਹੈਗਾ ਵੀ ਸਾਡੇ ਕੋਲੇ ਜਿਹੜਾ ਏ ਤੇ ਬੀ ਆ, ਇਹ ਕਿਵੇਂ ਨੇਗੇ? ਸੀਰੀਜ਼। ਤਾਂ ਇਹਦਾ ਜਿਹੜਾ ਦੋਨਾਂ ਦਾ ਜੋੜ ਕੇ ਸਾਡਾ ਕਿੰਨਾ ਆ ਗਿਆ? 6 ਆ ਗਏ। ਤਾਂ ਅਸੀਂ ਕੰਮ ਕਰੀਏ, ਇਹਨੂੰ ਡਿਲੀਟ ਕਰਕੇ, ਤੁਸੀਂ ਸਾਰਿਆਂ ਨੇ ਡਾਇਗਰਾਮ ਬਣਾ ਲਈ ਨਾ ਕਾਪੀਆਂ ਤੇ? ਹਾਂਜੀ ਸਰ। ਹਾਂਜੀ ਆਪਾਂ ਇਹਨੂੰ ਸਾਰੇ ਨੂੰ, ਇਹਨਾਂ ਦੋਨਾਂ ਨੂੰ, ਇਹਨੂੰ ਤੇ ਇਹਨੂੰ ਡਿਲੀਟ ਕਰਕੇ ਇੱਥੇ ਕਿੰਨਾ ਲਿਖ ਸਕਦੇ ਆ? ਦੋਨੇ ਤਿੰਨ ਦੀ ਥਾਂ ਤੇ ਕਿੰਨਾ ਲਿਖ ਸਕਦੇ ਆ ਅਸੀਂ? ਆਹ ਦੋਨੇ ਪੁਆਇੰਟਾਂ ਦੇ ਉੱਪਰ 6 ਲਿਖ ਸਕਦੇ ਆ, ਹਨਾ? ਹਾਂਜੀ ਤਾਂ ਆਹ 6 ਤੇ ਆਹ 6 ਪੈਰਲਲ ਇਹ ਆਪਸ ਦੇ ਵਿੱਚ ਦੇਖੋ, ਇਹ ਆਹ ਦੂਜਿਆਂ ਦੇ ਉੱਪਰ ਜੁੜੇ ਹੋਏ ਆ, ਕਾਰਨਰ ਤੇ ਜੁੜੇ ਹੋਏ ਆ। ਇਹ ਰਾਜੇ ਵੈਰੀ ਗੁੱਡ, ਇਹ ਆਪਣੇ ਪੈਰਲਲ ਦੇ ਵਿੱਚ ਹੋ ਗਏ। ਇਹ ਪੈਰਲਲ ਦੇ ਵਿੱਚ ਹੋ ਗਏ। ਤਾਂ ਪੈਰਲਲ ਦੇ ਵਿੱਚ ਰਾਜੇ ਇੱਕ ਗੱਲ ਸੁਣੋ, ਨਵੀਂ ਮੇਰੀ ਗੱਲ ਸੁਣੋ। ਫਾਰਮੂਲਾ ਕੀ ਪੜਿਆ ਸੀ ਆਪਾਂ? R1 ਮਲਟੀਪਲਾਈ R2 ਡਿਵਾਈਡ ਬਾਈ R1 ਪਲੱਸ R2, ਇਹੀ ਪੜਿਆ ਸੀਗਾ ਨਾ? ਇਹ ਉਸ ਵੇਲੇ ਰਾਜੇ ਜਦੋਂ ਦੋ ਰੈਜ਼ਿਸਟੈਂਸ ਸਾਡੀਆਂ ਅਲੱਗ-ਅਲੱਗ ਹੋਣ, ਵੀ ਆਹ 6 ਆ ਗਈ, ਇੱਕ 3 ਆ ਗਈ, ਬਾਈ ਚਾਂਸ ਸਾਡੀਆਂ ਜਿਹੜੀਆਂ ਪੈਰਲਲ ਦੇ ਵਿੱਚ ਰੈਜ਼ਿਸਟੈਂਸਿਸ ਪਈਆਂ ਨੇ, ਜੇ ਉਹ ਬਰਾਬਰ ਹੋਣ, ਤਾਂ ਜਿਹੜੀ ਟੋਟਲ ਰੈਜ਼ਿਸਟੈਂਸ ਹੁੰਦੀ ਆ ਉਹ ਰਾਜੇ ਕੀ ਹੁੰਦੀ ਆ? ਵੀ ਜਿੰਨੀ ਰੈਜ਼ਿਸਟੈਂਸ ਹੈਗੀ ਇੱਕ ਡਿਵਾਈਡ ਬਾਈ ਜਿੰਨੀਆਂ ਨੰਬਰ ਆਫ ਰੈਜ਼ਿਸਟੈਂਸ ਹੈਗੀਆਂ। ਮੰਨ ਲਓ, ਦੇਖੋ ਕਿੱਦਾਂ, ਮੰਨ ਲਓ ਸਾਡੇ ਕੋਲ ਇੱਕ ਆ 10 ਓਮ ਆ, 10 ਨਾ ਮੰਨੋ, ਇੱਕ ਵਾਰੀ ਰਾਜੇ ਮਿਊਟ ਕਰ ਲਓ ਜਿਨ੍ਹਾਂ ਨੇ ਹਜੇ ਨਹੀਂ ਕੀਤਾ। ਆ ਰਾਜੇ 9 ਓਮ ਆ ਗਈ, ਤੇ ਇੱਕ ਪੈਰਲਲ ਚ ਇਹਦੇ ਪਈ ਹੈਗੀ ਇੱਕ ਹੋਰ 9 ਓਮ। 9 ਤੇ 9 ਜਦੋਂ ਪੈਰਲਲ ਦੇ ਵਿੱਚ ਸੋਲਵ ਕਰਾਂਗੇ ਆਹ ਫਾਰਮੂਲੇ ਦੇ ਹਿਸਾਬ ਨਾਲ, ਤਾਂ ਟੋਟਲ ਰੈਜ਼ਿਸਟੈਂਸ ਜੇ ਬਰਾਬਰ ਨੇ ਰੈਜ਼ਿਸਟੈਂਸ ਤਾਂ ਪੈਰਲਲ ਦੇ ਵਿੱਚ ਸੋਲਵ ਕਿਵੇਂ ਹੋਊਗਾ? ਟੋਟਲ ਹੈਗੀਆਂ 9, ਨੰਬਰ ਆਫ ਬ੍ਰਾਂਚਿਸ ਕਿੰਨੀਆਂ ਨੇਗੀਆਂ? 2, ਤਾਂ ਕਿੰਨਾ ਆ ਜੂਗਾ ਸਾਡਾ ਆਨਸਰ ਇੱਥੋਂ? 4.5।
ਜਾਂ ਤੁਸੀਂ ਕਰਕੇ ਦੇਖ ਲਓ 9 ਗੁਣਾ 9 ਜਿਹੜਾ ਸਾਡਾ ਫਾਰਮੂਲਾ ਆਉਂਦਾ 9 + 9 81/18 ਤੇ ਦੇਖ ਲਿਓ 9 9 81 ਦੂਣੀ ਤਾਂ 4.5 ਆ ਗਿਆ ਸਾਡਾ। ਕਲੀਅਰ ਹੋਈ ਨਾ ਜੀ ਗੱਲ ਇਹ। ਅੱਗੇ ਚਲੋ ਮੰਨ ਲਓ ਸਾਡੇ ਕੋਲੇ 2 9 ਦੀ ਥਾਂ ਤੇ ਇੱਥੇ ਇੱਕ ਨਇਆ ਹੋਰ ਆਉਂਦਾ, ਇੱਥੇ ਇੱਕ ਰਜਿਸਟੈਂਸ ਹੋਰ ਆਉਂਦੀ ਪੈਰਲ ਦੇ ਵਿੱਚ। ਮਿਊਟ ਕਰ ਲਓ ਰਾਜੇ, ਇੱਕ ਬੰਦਾ ਤੰਗ ਕਰ ਰਿਹਾ ਹੈਗਾ ਬਾਕੀ ਸਾਰਿਆਂ ਨੂੰ। ਤਾਂ ਰਾਜਾ 3 ਹੁੰਦੀਆਂ ਮੰਨ ਲਓ। ਤਾਂ ਹੁਣ ਆਹ ਰਜਿਸਟੈਂਸ ਦੇ ਹਿਸਾਬ ਨਾਲ ਸਾਡਾ ਇਸ ਕੁਐਸਚਨ ਦੇ ਹਿਸਾਬ ਨਾਲ ਸਾਡੇ ਕੋਲੇ ਟੋਟਲ ਜਿਹੜਾ ਹੋਣਾ ਚਾਹੀਦਾ ਹੈਗਾ, ਉਹ ਟੋਟਲ ਇੱਕ ਦੀ ਰਜਿਸਟੈਂਸ ਕਿੰਨੀ ਹੈਗੀ 9। ਤਾਂ ਟੋਟਲ ਰਜਿਸਟੈਂਸ ਜਿਹੜੀ ਆਏਗੀ ਉਹ 9 ਡਿਵਾਈਡ ਬਾਈ ਕਿੰਨੀਆਂ ਬ੍ਰਾਂਚਾਂ ਨੇਗੀਆਂ 3। ਤਾਂ ਡਿਵਾਈਡ ਕਰਾਂਗੇ 3 ਨਾਲ ਤੇ ਸਾਡਾ ਆਨਸਰ ਕਿੰਨਾ ਆ ਜਾਊਗਾ 3। ਚੈਨਲ ਨੂੰ 3 ਨੂੰ ਸੋਲਵ ਕਰਕੇ ਦੇਖ ਲਿਓ। ਕਲੀਅਰ ਹੋਈ ਰਾਜੇ ਗੱਲ ਇਹ। ਯੈਸ ਸਰ। ਤਾਂ ਜਿਹਨੇ ਉਤਾਰਨਾ ਰਾਜੇ ਉਤਾਰ ਲਓ ਇੰਨੀ ਗੱਲ ਨੂੰ ਵੀ ਹਮੇਸ਼ਾ ਜਿਹੜੇ ਪੈਰਲ ਦੇ ਵਿੱਚ ਹੁੰਦਾ ਹੈਗਾ ਕੀ ਕਰਦੇ ਹੁੰਦੇ ਆਪਾਂ, ਜੇ ਸੇਮ ਹੋਣ ਰਜਿਸਟੈਂਸ ਆ ਤਾਂ ਟੋਟਲ ਰਜਿਸਟੈਂਸ ਡਿਵਾਈਡ ਬਾਈ ਜਿੰਨੀਆਂ ਨੰਬਰ ਆਫ ਰਜਿਸਟੈਂਸ ਨੇਗੀਆਂ ਸਾਡਾ ਆਨਸਰ ਆ ਜਾਂਦਾ ਹੁੰਦਾ। ਸਿਰਫ ਉਸ ਕੇਸ ਜੇ ਸਾਡੀਆਂ ਰਜਿਸਟੈਂਸ ਆ ਬਰਾਬਰ ਨਹੀਂ ਹੈ। ਤਾਂ ਹੁਣ ਸਾਡਾ ਇੱਥੇ ਕਿੰਨਾ ਸੀਗਾ ਸਾਡਾ 6 ਤੇ 6। ਤਾਂ ਇੱਕ ਹੈਗੀ 6 ਤੇ ਕੁੱਲ ਹੈਗੀਆਂ 2, ਕਿੰਨਾ ਆ ਗਿਆ ਸਾਡਾ 3। ਤਾਂ ਇਹਦੀ ਥਾਂ ਤੇ ਇਹਦੀ ਥਾਂ ਤੇ ਜਿਹੜਾ 6 ਹੈਗਾ ਆਹ 3 ਤਾਂ ਸੌਰੀ ਆ 2 ਆਹ ਤਾਂ 3 ਹੈਗਾ ਹੀ ਹੈਗਾ। ਆਹ ਦੋਨਾਂ ਦੀ ਥਾਂ ਤੇ ਸਾਡੀ 6 ਦੀ ਥਾਂ ਤੇ ਸਾਡਾ ਕਿੰਨਾ ਆ ਗਿਆ ਇੱਥੇ ਇੱਕ ਹੋਰ 3 ਆ ਗਿਆ। ਇਹ ਗੱਲ ਕਲੀਅਰ ਹੋ ਗਈ ਰਾਜੇ। ਹਾਂਜੀ ਸਰ। ਦੇਖੋ ਹੁਣ ਫੇਰ ਸਾਨੂੰ ਸਰਕਟ ਦੇ ਵਿੱਚ ਸਾਫ਼ ਦਿਖ ਰਿਹਾ ਹੈਗਾ ਵੀ ਆਹ 3 ਤੇ ਆਹ 3 ਕਿਵੇਂ ਨੇਗੇ ਸੀਰੀਜ਼ ਚ ਨੇਗੇ। ਸੀਰੀਜ਼ 6 ਹੋ ਗਿਆ ਜੀ ਇਹਦਾ ਵੀ। ਯੈਸ ਸਰ। ਤੇ ਇਹ 6 ਤੇ ਆਹ 6 ਆਪਸ ਦੇ ਵਿੱਚ ਕਿਵੇਂ ਹੋ ਜਾਣਗੇ ਪੈਰਲ ਚ। ਪੈਰਲਲ ਚ ਇਹਨਾਂ ਦੋਨਾਂ ਦਾ ਕਿੰਨਾ ਆ ਗਿਆ 3 ਆ ਗਿਆ। ਤਾਂ ਲਾਸਟ ਦੇ ਵਿੱਚ ਇੱਥੇ ਸਾਡੇ ਕੋਲੇ ਕਿੰਨਾ ਬਚਿਆ ਹੈਗਾ 3 ਬਚਿਆ ਹੈਗਾ। ਠੀਕ ਹੈ ਬੱਚੇ। ਤਾਂ ਹੁਣ ਸਾਡੇ ਕੋਲੇ ਲਾਸਟ ਦੇ ਵਿੱਚ ਇੱਥੇ ਜਿਹੜਾ ਆਹ 3 ਹੈਗਾ ਤੇ ਆਹ 3 ਆਪਸ ਦੇ ਵਿੱਚ ਇਹ ਕਿੰਨਾ ਹੋ ਗਿਆ 6। ਹੁਣ ਇਹ ਉੱਪਰਲੇ ਪਾਸੇ ਹੋ ਗਿਆ ਸਾਡਾ 6 ਤੇ ਹੇਠਾਂ ਸਾਡਾ ਕਿੰਨਾ ਪਿਆ ਹੈਗਾ 3। ਹੁਣ ਇਹਨੂੰ ਆਪਾਂ ਲਾਸਟ ਦੇ ਵਿੱਚ ਸੋਲਵ ਕਰ ਸਕਦੇ ਹਾਂ। ਹੁਣ ਦੇਖੋ ਰਾਜੀ ਆਪਸ ਚ ਕਿਵੇਂ ਨੇ ਗਿਆ ਪੈਰਲਲ ਚ ਹੋ ਗਈ। ਪੈਰਲਲ ਦੇ ਵਿੱਚ ਜਦ ਕਿ ਸਾਨੂੰ ਪਹਿਲਾਂ ਕੀ ਦਿਖ ਰਿਹਾ ਸੀਗਾ ਇਹ ਸੀਰੀਜ਼ ਚ ਦਿਖ ਰਹੇ ਸੀਗੇ। ਤਾਂ 6 ਤੇ 3 ਪੈਰਲਲ ਦੇ ਵਿੱਚ ਸੋਲਵ ਕਰਾਂਗੇ 6 ਗੁਣਾ 3 6 + 3 ਸਾਡੇ ਕੋਲ ਕਿੰਨਾ ਆ ਜਾਊਗਾ 2 ਆਨਸਰ ਆ ਜਾਊਗਾ ਜੀ। ਤੇ ਪੂਰੇ ਸਰਕਟ ਦਾ ਜਿਹੜਾ ਆਨਸਰ ਆਏਗਾ ਉਹ ਕਿੰਨਾ ਆਏਗਾ ਸਾਡਾ 2 ਆਇਆ। ਓਕੇ ਜੀ। ਓਕੇ ਸਰ। ਇਹ ਪੈਰਲਲ ਸਰਕਟ ਸੀਗਾ ਸਾਡਾ। ਹੁਣ ਦੱਸੋ ਰਾਜੀ ਜੇ ਕਿਸੇ ਨੇ ਕੁਝ ਪੁੱਛਣਾ ਹੈਗਾ, ਜੇ ਕਿਸੇ ਨੇ ਕੁਝ ਪੁੱਛਣਾ ਤਾਂ ਦੱਸੋ ਬੱਚੇ। ਇਹ ਅੱਜ ਦੇ ਪੈਰਲਲ ਸਰਕਟ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਦੱਸੀ ਹੋਈ ਹੈਗੀ ਵੀ ਜਿਹੜੀ ਆਪਾਂ ਕਿਤਾਬ ਜਿਹੜੀ ਬੁੱਕ ਜਿਹੜੀ ਆਪਾਂ ਯੂਜ਼ ਕਰਨੀ ਹੈਗੀ, ਜਿਹੜੀ ਬੁੱਕ ਆਪਾਂ ਯੂਜ਼ ਕਰ ਰਹੇ ਹੈਗੇ ਇਸ ਮੇਨਲੀ ਜਿਹੜੀ ਆਪਾਂ ਤੁਹਾਡੇ ਸਿਲੇਬਸ ਦੇ ਹਿਸਾਬ ਨਾਲ ਆ ਗਈ ਉਹ ਆਪਣੀ ਜਿਹੜੀ ਬੁੱਕ ਹੈਗੀ ਉਹ VK ਮਹਿਤਾ ਹੈਗੀ। VK ਮਹਿਤਾ ਬੁੱਕ ਹੈਗੀ ਜੀ। ਇਹ ਆਬਜੈਕਟਿਵ ਟਾਈਪ ਕਿਤਾਬ ਹੈਗੀ। ਇਹ ਆਬਜੈਕਟਿਵ ਟਾਈਪ ਹੈ ਇਹ ਬੁੱਕ ਜਿਹੜੀ। ਆਬਜੈਕਟਿਵ ਟਾਈਪ ਕੁਐਸਚਨ ਨੇ ਇਹਦੇ ਵਿੱਚ ਤੇ 5000 ਪਲੱਸ ਕੁਐਸਚਨ ਲਿਖਿਆ ਹੋਇਆ ਇਹਦੇ ਵਿੱਚ। ਤੁਸੀਂ ਕਹੋ ਆਪਾਂ ਦੇਖ ਲੈਂਦੇ ਲੱਭ ਕੇ ਦੇਖ ਲੈਂਦੇ ਹੈਗੇ ਆਪਾਂ। VK ਮਹਿਤਾ ਦਾ ਕਵਰ ਮਿਲ ਜੂਗਾ ਮੈਂ ਤੁਹਾਨੂੰ ਉਹਦੀ VK ਮਹਿਤਾ VK ਅਮਾਜ਼ੋਨ ਦੇ ਉੱਪਰ ਹੀ ਪਈ ਹੈ ਜੀ ਇਹ ਭਰ ਕੇ। ਆਹ ਬੁੱਕ ਆ ਜਿਹਾ ਦੇਖ ਲਓ ਇਹਦਾ ਕਵਰ ਤੇ ਦੇਖ ਲਓ ਦਿਖ ਰਿਹਾ ਜੀ ਕਵਰ ਸਾਰਿਆਂ ਨੂੰ ਇਹਦਾ। ਆਹ ਕਵਰ ਆ ਜਿਹਦਾ ਜਿਹੜਾ ਕਵਰ ਹੈ ਨਾ ਆਹ ਇਹ ਕਵਰ ਹੈ ਇਹਦਾ। ਆਬਜੈਕਟਿਵ ਟਾਈਪ ਬੁੱਕ ਹੈਗੀ ਇਹ VK ਮਹਿਤਾ ਜਿਹੜੀ। ਓਕੇ ਜੀ। ਇਹਨੇ ਪਰਚੇਜ਼ ਕਰ ਲਿਓ। ਠੀਕ ਹੈ ਬੱਚੇ। ਓਕੇ ਸਰ। ਓਕੇ ਸਰ। ਤਾਂ ਕੋਸ਼ਿਸ਼ ਕਰਿਓ ਹੁਣ ਇਸ ਬੁੱਕ ਜਿਨ੍ਹਾਂ ਕੋਲ ਇਹ ਬੁੱਕ ਹੈਗੀ ਠੀਕ ਹੈ। ਅੱਛਾ ਇਹਦੇ ਵਿੱਚ ਮੈਨੂੰ ਨਵੇਂ ਬੱਚੇ ਨੇਗੇ
ਮੈਂ ਸਾਰਿਆਂ ਨੂੰ ਕੁਝ ਕੁਐਸਚਨ ਭੇਜਣਾ ਚਾਹਣਾਗਾ। ਕਿਹੜੇ ਗਰੁੱਪ 'ਚ ਭੇਜਾਂ ਮੈਂ ਕੁਐਸਚਨ? ਜਾਂ ਤਾਂ ਮੈਨੂੰ ਤੁਸੀਂ ਪਰਸਨਲੀ ਮੈਂ ਤੁਹਾਨੂੰ ਨੰਬਰ ਲਿਖਾਉਣਾ ਇੱਕ ਪਰਸਨਲੀ, ਤੁਸੀਂ ਉਸ ਨੰਬਰ ਦੇ ਉੱਪਰ ਨਾ ਆਪਣਾ ਨਾਮ ਲਿਖ ਕੇ ਸੈਂਡ ਕਰ ਦਿਓ। ਜਿਹੜੇ ਤਾਂ ਗਰੁੱਪ 'ਚ ਹੈਗੇ ਉਹਨਾਂ ਨੂੰ ਤਾਂ ਕਰਨ ਦੀ ਲੋੜ ਨਹੀਂ ਹੈਗੀ, ਜਿਹੜੇ ਨਹੀਂ ਹੈਗੇ ਮੈਂ ਉਹਨਾਂ ਨੂੰ ਇੱਕ ਨੰਬਰ ਦਿੰਦਾ ਗਾ, ਉਹ ਨੰਬਰ ਦੇ ਉੱਪਰ ਨਾ ਹੈਲੋ ਲਿਖ ਕੇ ਭੇਜ ਦਿਓ ਤੇ ਕੁਐਸਚਨਾਂ ਦੀ ਰਿਕੁਐਸਟ ਕਰ ਦਿਓ ਤੇ ਮੈਂ ਉਹਨਾਂ ਨੂੰ ਭੇਜ ਦੂੰ। ਜਿਹਦਾ ਨੰਬਰ ਮੇਰੇ ਕੋਲੇ ਹੈਗਾ, ਜਿਵੇਂ 6 ਦੇ 6 ਗਰੁੱਪ ਦੇ ਵਿੱਚ ਹੈਗੇ, ਉਹਨਾਂ ਨੂੰ ਲੋੜ ਹੈਗੀ। ਨੰਬਰ ਲਿਖ ਲਓ ਰਾਜੇ, ਆਹ ਨੰਬਰ ਦੇ ਉੱਪਰ ਨਾ ਤੁਸੀਂ ਨੰਬਰ ਲਿਖ ਲਓ। 98 ਬੂਟਾ ਸਿੰਘ ਜੀ ਦਾ ਨੰਬਰ ਹੈਗਾ ਇਹ ਵੀ ਸਾਡੇ ਅਸਿਸਟੈਂਟ ਨੇ, ਸਾਡੇ ਟੀਚਰ ਨੇ ਇਹ ਸਾਡੇ, ਇਹ ਵੀ 77893 ਇਹ ਨੰਬਰ ਹੈਗਾ 9841471893। ਠੀਕ ਹੈ, ਮੈਂ ਉਹਨਾਂ ਨੂੰ ਇੱਕ ਬੁੱਕ ਭੇਜ ਦਿੰਦਾ, ਬੁੱਕ ਨਹੀਂ ਕੁਛ ਕੁਐਸਚਨ ਭੇਜਦਾ ਜਿਹੜੇ ਤੁਸੀਂ ਕੱਲ ਨੂੰ ਕਲਾਸ ਤੋਂ ਪਹਿਲਾਂ ਕਰਨੇ ਹੈਗੇ। ਠੀਕ ਹੈ ਤੇ ਹੁਣ ਤੁਸੀਂ ਆਪਦੇ ਕੁਐਸਚਨ ਜ਼ਰੂਰ ਪੁੱਛੋ ਯਾਰ, ਫੇਰ ਹੀ ਫਾਇਦਾ ਰਾਜੇ, ਨਹੀਂ ਤਾਂ ਮੈਂ YouTube ਦੇ ਉੱਪਰ